ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਤੁਹਾਡੇ ਆਗੇ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ। ਆਦਿ ਕਾਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾय। ਅਰਜਨ ਹਰਗੋਬਿੰਦ ਨੂੰ ਸਿਮਰਨ ਸ੍ਰੀ ਆਲਾਏ। ਸ੍ਰੀ ਅਰਜਨ ਤੇ ਆਈਏ, ਜਿਸ ਜਿੱਥੇ ਸਭ ਦੁਖ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਏ, ਕਰਨੋਂ ਨਿਦਾਵੇ ਤਾਏ। ਦਸਮ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਸਹਾय। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਪਿੱਤਰ ਬਾਣੀ ਕੀ ਮਹਿਮਾ ਕਹੀ न ਜਾਏ। ਧੰਨ ਧੰਨ ਸਤਿਗੁਰੂ ਬਾਲਕ ਸਿੰਘ ਸਾਹਿਬ ਸਿਮਰਿਏ, ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ। ਧੰਨ ਧੰਨ ਸਤਿਗੁਰੂ ਸੰਗਤਾ ਜੀ, ਧੰਨ ਧੰਨ ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਨਾਮ ਦਿਆ ਵਰਤਾਏ। ਧੰਨ ਧੰਨ ਸਤਿਗੁਰੂ ਨਰੈਣ ਦਾਸ ਸਾਹਿਬ ਜੀ, ਜਿਨ ਜਮ ਤੋਂ ਲਿਆ ਛਡਾਏ। ਧੰਨ ਧੰਨ ਸਤਿਗੁਰੂ ਸਾਧੂ ਰਾਮ ਸਾਹਿਬ ਜੀ, ਜਿਨ ਚਰਨੀ ਯਾਦ ਲਗਾਏ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਜੀ, ਜੋ ਅੰਤੇ ਹੋਏ ਸਹਾय। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ, ਜੋ ਅੰਗ ਸੰਗ ਹੋਏ ਸਹਾय। ਨਿਮਾਣਿਆਂ ਦੇ ਮਨ ਸਤਿਗੁਰੂ, ਨੀਤਾਣਿਆਂ ਦੇ ਤਾਨ ਸਤਿਗੁਰੂ। ਨਿਉ ਧਿਆਨ ਦਿਓ ਨਿਆਸਿਓ ਕੇ ਆਸਰਾ। ਨਿਰਲੱਜਿਆਂ ਦੀ ਲੱਜ, ਨਿਪਤਿਆਂ ਦੀ ਪਤ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਦੀ ਆਜੂਰੀ ਸੰਗਤਾਂ ਇਕੱਤਰ ਹੋ ਕੇ ਆਪ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋੜੀਆਂ ਕਰ ਰਹੀਆਂ ਹਨ। ਪਾਤਸ਼ਾਹ ਕੀਤਾ ਲੋੜੀਏ ਕੰਮ ਸੁਹਲ ਪਿਆ ਕੀਏ, ਕਾਰਜ ਦੇ ਸੁਹਾਰ ਸਤਿਗੁਰ ਸਜਤਾ ਕੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਜਾ ਕੀਏ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਇਆ ਲਖ ਪ੍ਰਭ ਰਾਖੀਏ। ਆਪ ਜੀ ਦੇ ਮਾਂ ਵਾਕ ਅਨੁਸਾਰ, ਆਪ ਜੀ ਦੀ ਓਟ ਆਸਰਾ ਲੈ ਕੇ ਆਪ ਵੇਰ ਕਰਨੀ ਬਖਸ਼ਿਸ਼ ਕਰਨੀ। ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਜੋ ਆਪ ਜੀ ਮਿੱਠੇ ਮਿੱਠੇ ਵਚਨ ਕਰੋਗੇ, ਇਹ ਆਪ ਦੀਆਂ ਸੰਗਤਾਂ ਦੇ ਹਿਰਦੇ ਚ ਵਰਸਾਉਣੇ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ ਪਾਤਸ਼ਾਹ, ਆਪਣੀਆਂ ਸੰਗਤਾਂ ਨੂੰ ਆਪ ਉਦਮ ਉਚਾਰ ਬਖਸ਼ ਕੇ ਆਪਣੇ ਦਰਬਾਰ ਦੀ ਹਾਜ਼ਰੀਆਂ ਬਖਸ਼ਣੀਆਂ ਪਾਤਸ਼ਾਹ। ਬਖਸ਼ਿਸ਼ ਕਰਨਾ ਵਿਛੜੀ ਨਾ ਵਿਛਾਰੀ, ਨਾ ਭੁੱਲੀ ਤੇ ਨਾ ਭੁਲਾਵੀਂ। ਚਾਨਾਂ ਦਾ ਪਿਆਰ ਬਖਸ਼ਣਾ, ਅੰਮ੍ਰਿਤ ਵੇਲ ਦਾ ਜਾਗਣਾ ਬਖਸ਼ਣਾ, ਇਸ਼ਨਾਨ ਦਾ ਦਾਨ ਬਖਸ਼ਣਾ, ਦੋਨੋਂ ਕਦਮ ਚ ਨੇ ਬਖਸ਼ਣਾ। ਸਵਾਸ ਸਵਾਸ ਭਜਨ ਕਰਨ ਦੀ ਤਾਕਤ ਬਖਸ਼ਣੀ। ਆਪਣੇ ਸੂਰ ਸਾਹਿਬ ਦੇ ਰਚਨ, ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਬਖਸ਼ੀਆਂ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ। ਸਰਬੱਤ ਸੰਗਤ ਦੇ ਪਾਤਸ਼ਾਹ ਜੀ, ਅਰਦਾਸ ਬੇਨਤੀ ਹੈ ਪਾਤਸ਼ਾਹ, तुम करो दया मेरे साईं। ऐसी मत दीजिए मेरे ठाकर, सदा सदा तो ध्याई बख्शिश करें। आप जी के हुक्म अनुसार चार पैर सुखरी बतीत हुई है। दिन चलिया पातशाह जी, आप जी का कोट कोट शुकराना है। अपनी गोद बख्शी ने बाकी अमृत वेले दी, बाकी का दिन सुखला बताना। सही सजन मिलना, जिन्ना मेरिया उच्चा सुच्चा नाम चेता होवे। श्री गुरु नानक नाम चढ़दी कला, तेरे पानी सरबत का भला। तार्य जान लया विमान, जिन्हें दर्शन पाया, जिन्हें तू
ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ
जिने दर्शन पाया, जिने तुधनो तन कहा, तिन जम नेड़ ना। तार्या जहान दया अभिमान, जिने दर्शन पाया, जिने तुधनो तन कहा, तिन जम नेड़ ना। या तार्या जहान लया अभिमान, जिने दर्शन पाया, जिने तुधनो तन कहा, तिन जम नेड़ ना। तार्या जहान लया अभिमान, जिने तुधनो तन, तिन जम नेड़ नाया। तार्या जहान लया अभिमान, जिने दर्शन पाया, जिने तुधनो तन कहा, तिन जम नेड़ नाया। तार्या जहान लया अभिमान, जिने दर्शन पाया, जिने तुधनो तन कहा, तिन जम नेड़ नाया। तार्या जहान लया अभिमान, जिने दर्शन पाया, जिने तुधनो तन कहा, तिन जम नेड़ नाया। तार्या जहान लया अभिमान, जिने दर्शन पाया, जिने तुधनो तन कहा, तिन जम नेड़ नाया। तार्या जहान लया अभिमान, जिने दर्शन पाया, जिने तुधनो तन कहा, तिन जम नेड़ नाया। तार्या जहान लया अभिमान, जिने दर्शन पाया, जिने तुधनो तन कहा, तिन जम नेड़ नाया। तार्या जहान लया अभिमान, जिने दर्शन पाया, जिने तुधनो तिन जम नेड़ नाया। तार्या जहान लया अभिमान, जिने दर्शन पाया, जिने तुधनो तन कहा, तिन जम मन साचा मुख साचा सोए, साचा तेरा नाम जी। निर्भौ ते निर्वैर है, मेरे सतगुर सेवा राम जी। सतगुर सेवा राम जी, साढ़े अंग संग होए सहाय। सतगुर सेवा राम जी, साढ़े अंग संग होए सहाय। साहिब संत माता जी ने कीता है कमाल, सारियां नू इकट्ठा करके रखिया है संभाल। नाम जपदे नाम जपांदे, यह इन्हां दा कारोबार। तन तन श्री गुरु नानक जाऊं चरना, तन तन छेवे पाछड़ जावा, चरना तो बलिहार। तन तन सभी बसंत चरना तो बलिहार। आप जी दी सदा ही जय। तन तन माता जी आप जी नूं कोट कोट
दंडोत बंदन अनेक बार, सर्व कला समरथ, डोलन तेरा को प्रभु, नानक दे कर हथ, होवे सिफत खसम दी, नूर अरसों कुरसों चटिए, तुद डिठे सचे पातशाह, मल जन्म जन्म दी कटिए, सच जे गुरपुर माया, क्यों ए दो बोलो हटिए, तुद डिठे सचे पातशाह, जन्म जन्म दी कटिए, तुद डिठे सचे पातशाह, मल जन्म जन्म दी कटिए। एक ओंकार सतगुर प्रसाद, तन तन श्री सतगुर बालक सिंह साहिब सचे पातशाह जी, तन तन श्री सतगुरु संगता साहिब सचे पातशाह जी, तन तन श्री सतगुरु नारायण दास साहिब सचे पातशाह जी, तन तन श्री सतगुरु साधु राम साहिब सचे पातशाह। साखी पार दी संगत दी। जदों दर्शनां लई बेहबल पार दी संगत नूं ਇਹ ਪਤਾ ਲੱਗਾ ਕਿ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਕੁਹਮਰੀ ਤੋਂ ਵਾਪਸ ਕੈਮਲਪੁਰ ਪਹੁੰਚ ਗਏ ਹਨ, ਤਾਂ ਉਹ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਹੀ ਕੈਮਲਪੁਰ ਆ ਪਹੁੰਚੀ। ਸ੍ਰੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈ ਅਤੇ ਪਿਆਰ ਅਰਪਣ ਕਰਦਿਆਂ ਹੋਇਆਂ ਖਲੋਤਿਆਂ ਖਲੋਤਿਆਂ ਹੀ ਇਹ ਸ਼ਬਦ ਪੜਿਆ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ ਰਹਾਓ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨ ਵਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰਾ ਚੀਤਾ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ पूरन गुण तास। शब्द की समाप्ति करके संगत ने वारी वारी सतगुरां दे चरनां ते मत्था टेकिया अते पास ही बहंदी गई। कैमलपुर दी संगत ने पार दी आई हुई संगत नूं जल छकाया। फिर लाला तेजा राम ने उठ के गल विच पल्ला पा के बेनती की थी, सच्चे पातशाह जीओ, कुछ अजिहे बंदे भी आए हुए हैं जिन्हां ने हुण तक नाम नहीं लिता। आप जी उन्हां ते किरपा करो अते इन्हां नूं नाम दान दी बख्शिश करो। साहिबा ने फरमाया, उतावले ना होवो, सवेरे असी संगत सहित जबी साहिब जावांगे। उत्थे कथा तो उपरंत तुहाडी मनसा पूरी करांगे। फिर साहिबा ने हुक्म किया, जिन्हां ने लंगर नहीं छकिया
ਉਹ ਜਾ ਕੇ ਲੰਗਰ ਛਕ ਲਓ। ਸਾਹਿਬ ਜੀ ਦਾ ਹੁਕਮ ਮੰਨ ਕੇ ਸੰਗਤ ਲੰਗਰ ਛਕ ਕੇ ਫਿਰ ਸਤਿਗੁਰਾਂ ਦੇ ਦਰਸ਼ਨ ਵਿੱਚ ਚਰਨਾਂ ਵਿੱਚ ਆ ਕੇ ਬਹਿ ਗਈ। ਉਸ ਵਕਤ ਸ਼ਹਿਰ ਦਾ ਕੀਰਤਨੀ ਜੱਥਾ ਆ ਚੁੱਕਾ ਸੀ। ਜੱਥੇ ਨੇ ਸਾਹਿਬਾਂ ਤੋਂ ਆਗਿਆ ਲੈ ਕੇ ਕੀਰਤਨ ਆਰੰਭ ਕੀਤਾ ਅਤੇ ਸੰਗਤਾਂ ਪ੍ਰੇਮ ਨਾਲ ਕੀਰਤਨ ਸੁਣਨ ਲੱਗੀਆਂ। ਕੀਰਤਨੀ ਜੱਥਾ ਇਸ ਸ਼ਬਦ ਦਾ ਕੀਰਤਨ ਕਰ ਰਿਹਾ ਸੀ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ। रैन गई मत दिन भी जाए, पवर गए बग बैठे आए रहाओ। काचे करवे रह न पानी, हंस चलिया काया कुमलानी। कुंवार कन्या जैसे करत सिगारा, क्यों रलिया माने बाझ पतारा। काग उड़ावत पूजा पिरानी, कह कबीर ए कथा सिरानी। ये शब्द सुन के भाई ब्रह्मदास स्वाभी वाले ने दोवें हाथ जोड़ के बेनती की थी, सच्चे पातशाह जीओ इस शब्द के भावार्थ तो संगत नूं जाणू कराओ जी, जाणू कराउण दी बख्शिश करो। ਤਾਂ सतगुरु भगवान दास जी ने उसकी बेनती प्रवान करके शब्द के भावार्थ इवें दसे। भगत कबीर जी अपने मन अते तन की अवस्था नूं इस तरह प्रभु परमात्मा के चरणों विच दर्शाते हैं कि हे प्रभु, मेरा ये छोटा जिहा दिल थर थर कंब रहा है। मैं नहीं जानता जो पति परमात्मा मेरे नाल किवें वर्तारा करेगा। रात तो लंघ गई है, पाओ उम्र का काफ़ी हिस्सा गुज़र गया है, उम्र का काफ़ी हिस्सा गुज़र गया है, किते दिन ना लंघ जाए। भाव ये है कि जवानी तो लंघ गई है अते बुढ़ापा भी किते इवें ही ना लंघ जाए। काले केस भंवरे दे रंग दे हुण चिट्टे बगले दे रंग दे हो गए हैं। जिस तरह कच्चे कुजे गड़वा विच पानी नहीं रह सकता, इसे तरह ये आत्मा भी इस देह विच नहीं रह सकती। जिस वक़्त आत्मा निकल गई उस वक़्त ये देह ने मुरझा जाना है। जिस वक़्त आत्मा निकल गई उस वक़्त इस देह ने मुरझा जाना है। फिर एक होर प्रमाण दे के भगत कबीर जी दसते हैं, मेरी दशा हालत हुण ये हो गई है कि काग कां उड़दियां उड़दियां उड़ांदियां उड़ांदियां बावां थक गईयां हैं। भाव ये है कि संसारी काम करदियां करदियां थक गया हाँ। जिंदगी दी वार्ता भी खत्म होण नूं आ गई है अते उस मालक नूं याद नहीं कीता, तां ही मैं डर रहा हाँ। श्री सतगुरु भगवान दास जी ने फरमाया, जो भगत कबीर जी ने किया है कि मैं अपनी दशा बारे प्रभु परमात्मा नूं क्यों कर दसां, इसलिए डर रहा है। इस संसार विच आके नाम रूपी कमाई जो नहीं कीती। साहिबा ने शब्द दे पावार समझांदियां होया फरमाया कि हर प्राणी नूं
ਉਸ ਪਰਮੇਸ਼ਰ ਤੋਂ ਡਰਨਾ ਚਾਹੀਦਾ ਹੈ ਅਤੇ ਨਾਮ ਸਿਮਰਨ ਕਰਕੇ ਉਸ ਪ੍ਰਭੂ ਦੇ ਦਰ 'ਤੇ ਸੁਰਖਰੂ ਹੋ ਕੇ ਜਾਣਾ ਚਾਹੀਦਾ ਹੈ। ਸੰਸਾਰੀ ਕੰਮਾਂ ਵਿੱਚ ਖਚਿਤ ਰਹਿ ਕੇ ਆਪਣੇ ਜੀਵਨ ਨੂੰ ਬੇਕਾਰ ਨਹੀਂ ਗਵਾਉਣਾ ਚਾਹੀਦਾ। ਕਥਾ ਕੀਰਤਨ ਦਾ ਭੋਗ ਪਿਆ ਅਤੇ ਸ਼ਹਿਰ ਦੀਆਂ ਸੰਗਤਾਂ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ। ਬਾਹਰੋਂ ਆਈਆਂ ਸੰਗਤਾਂ ਨੇ ਵਿਸਰਾਮ ਕੀਤਾ। ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੰਗਤਾਂ ਸ੍ਰੀ ਸਤਿਗੁਰੂ ਜੀ ਦੇ ਸੰਗ ਜੱਬੀ ਸਾਹਿਬ ਗਈਆਂ। ਉੱਥੇ ਦੁਖਪੰਨੀ ਸਾਹਿਬ 'ਤੇ ਇਸ਼ਨਾਨ ਕੀਤਾ ਅਤੇ ਮੂੰਹਾਂ 'ਤੇ ਪੱਲੇ ਪਾ ਕੇ ਸਿਮਰਨ ਕੀਤਾ। ਸਿਮਰਨ ਦੀ ਸਮਾਪਤੀ ਤੋਂ ਉਪਰੰਤ ਸ੍ਰੀ ਸਤਿਗੁਰੂ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕਰਨ ਦਾ ਹੁਕਮ ਕੀਤਾ। ਕੀਰਤਨ ਤੋਂ ਬਾਅਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਇਸ ਸ਼ਬਦ ਦੀ ਕਥਾ ਕੀਤੀ। ਆਸਾ ਮਹੱਲਾ ਪੰਜਵਾਂ। ਆਵੋ ਮੀਤ ਇਕੱਤਰ ਹੋਏ, ਰਸ ਕਸ ਸਭ ਪੁੰਚੋ, ਅੰਮ੍ਰਿਤ ਨਾਮ ਹਰ ਹਰ ਜਪੋ, ਮਿਲ ਪਾਪਾ ਮੁੰਚੋ। ਤਤ ਵਿਚਾਰੋ ਸੰਤ ਜਨੋ, ਤਾਤੇ ਬਿਘਨ ਨ ਲਾਗੈ, ਖੀਨ ਪਏ ਸਭ ਤਸਕਰਾ, ਗੁਰਮੁਖ ਜਨ ਜਾਗੈ ਰਹਾਓ। बुद्ध गरीबी खर्च रहो, हो मैं बिख जारो, साचा हाट पूरा सौदा, वखर नाम व्यापारो। जियो पिंड तन अर्पया, सेई पतवंते, आपनड़े प्रभ पाणया, नित केल करंते। दुर्मत मद जो पीवते, बिखली पत कमली, राम रसायन जोरते, नानक सच अमली। श्री सतगुरु भगवान दास जी ने कथा दा आरंभ करदियां फरमाया, पंचम पातशाह जी श्री गुरु अर्जन देव जी ने इस शब्द द्वारा उपदेश दिता है कि मित्रों आओ असी तुसी ਅਤੇ ਸਭ ਇਕੱਤਰ ਹੋ ਕੇ ਉਸ ਪ੍ਰਭੂ ਜੀ ਦੇ ਨਾਮ ਦਾ ਜਾਪ ਕਰੀਏ। ਇਸ ਜਾਪ ਤੋਂ ਪ੍ਰੇਮ ਰਸ ਕਸ ਕੇ ਉਸ ਦਾ ਸੇਵਨ ਕਰੀਏ। ਉਸ ਹਰ ਦੇ ਪਾਓ ਪ੍ਰੇਮ ਦੇ ਨਾਮ ਰੂਪੀ ਅੰਮ੍ਰਿਤ ਨੂੰ ਜਪੀਏ ਅਤੇ ਮਿਲ ਬਹਿ ਕੇ ਪਾਪਾਂ ਨੂੰ ਖਤਮ ਕਰੀਏ, ਪਾਪਾਂ ਤੋਂ ਮੂੰਹ ਮੋੜੀਏ। हे ਸੰਤ ਜਨੋ, ਤਤ ਵਸਤੂ 'ਤੇ ਵਿਚਾਰ ਕਰੋ ਤਾਂ ਜੋ ਵਿਘਨ ਨਾ ਲੱਗੇ। ਜੋ ਭਗਤ ਜਨ ਭਜਨ ਸਿਮਰਨ ਕਰਕੇ ਜਾਗਰਤੀ ਦੀ ਅਵਸਥਾ ਵਿੱਚ ਆ ਜਾਂਦੇ ਹਨ, ਉਹਨਾਂ ਦੇ ਮਗਰ ਪਏ ਸਾਰੇ ਚੋਰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਖੀਨ ਕਮਜ਼ੋਰ ਹੋ ਜਾਂਦੇ ਹਨ। ਜੋ ਭਗਤ ਜਨ ਭਜਨ ਸਿਮਰਨ ਕਰਕੇ ਜਾਗਰਤੀ ਦੀ ਅਵਸਥਾ ਵਿੱਚ ਆ ਜਾਂਦੇ ਹਨ, ਉਹਨਾਂ ਦੇ ਮਗਰ ਪਏ ਸਾਰੇ ਚੋਰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਕਮਜ਼ੋਰ ਹੋ ਜਾਂਦੇ ਹਨ। ਸ੍ਰੀ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਮਿੱਤਰੋਂ, ਸੰਤ ਜਨੋ, ਗਰੀਬੀ ਨੂੰ ਬੁੱਧੀ ਸਰਨ ਮਨ ਨੀਵਾਂ ਕਰਕੇ ਅਤੇ ਉਸ ਦੇ ਵਰਤਾਰੇ ਰਾਹੀਂ ਹਉਮੈ ਤੇ ਵਿਸ਼ਿਆਂ ਨੂੰ ਸਾੜ ਦਿਓ। ਸਤਸੰਗਤ ਹੀ ਇੱਕ ਸੱਚਾ ਹੱਟ ਹੈ। ਉਸ ਵਿੱਚ ਸੱਚਾ ਸੌਦਾ ਨਾਮ ਦਾ ਮਿਲਦਾ ਹੈ। ਉਸ ਨਾਮ ਰੂਪੀ ਵਖਰ ਦਾ ਵਪਾਰ ਕਰੋ।
सत्संगत ही एक सच्चा हट है। उस विच सच्चा सौदा नाम दा मिलदा है। उस नाम रूपी वक्खर दा ਵਪਾਰ ਕਰੋ। ਜਿਨ੍ਹਾਂ ਨੇ ਆਪਣੇ ਸਤਿਗੁਰਾਂ ਨੂੰ ਮਨ, ਤਨ ਅਤੇ ਤਨ ਅਰਪਣ ਕਰ ਦਿੱਤਾ ਹੈ, ਉਹ ਹੀ ਇੱਜ਼ਤ ਵਾਲੇ ਹੋਏ ਹਨ, ਕਿਉਂਕਿ ਉਹਨਾਂ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ ਹੁੰਦਾ ਹੈ ਅਤੇ ਉਹ ਨਿਤ ਖੁਸ਼ੀਆਂ ਪ੍ਰਾਪਤ ਕਰਦੇ ਰਹਿੰਦੇ ਹਨ। ਉਹ ਪੁਰਸ਼ ਜੋ ਖੋਟੀ ਬੁੱਧੀ ਕਰਕੇ ਸ਼ਰਾਬ ਆਦਿ ਪੀਂਦੇ ਹਨ, ਉਹਨਾਂ ਦੀ ਬੁੱਧੀ ਕਮਲੀ ਹੋਈ ਰਹਿੰਦੀ ਹੈ। ਅਰਥਾਤ ਜਿਹੜੇ ਪੁਰਸ਼ ਦੁਰਮਤ ਮਾੜੀ ਬੁੱਧੀ ਕਾਰਨ ਸ਼ਰਾਬ ਪੀਂਦੇ ਹਨ, ਉਹਨਾਂ ਕਮਲਿਆਂ ਦੀ ਬੁੱਧੀ ਵਿਸ਼ਿਆਂ ਵਿੱਚ ਲਿਪਤ ਜੁੜੀ ਰਹਿੰਦੀ ਹੈ। ਉਹਨਾਂ ਦੀ ਹਾਲਤ ਉਸ ਬੰਦੇ ਵਰਗੀ ਹੈ ਜਿਸ ਦੀ ਪਤਨੀ ਪਾਗਲ ਅਤੇ ਵਿਵਚਾਰਣ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਰਸਾਂ ਦਾ ਭੰਡਾਰ ਜੋ ਰਾਮ ਨਾਮ ਹੈ, ਉਸ ਨੂੰ ਪੀ ਕੇ ਜੋ ਰਤੇ ਹਨ, ਉਹ ਹੀ ਸੱਚੇ ਅਮਲੀ ਹਨ। ਕਥਾ ਤੋਂ ਉਪਰੰਤ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਉਪਦੇਸ਼ ਦਿੱਤਾ ਕਿ ਉਸ ਪ੍ਰਭੂ ਦਾ ਨਾਮ ਸਿਮਰਨ ਕਰਕੇ ਜੀਵਨ ਨੂੰ ਸਵਾਰੋ। ਜਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਕਥਾ ਦਾ ਭੋਗ ਪਾਇਆ ਤਾਂ ਲਾਲਾ ਤੇਜਾ ਰਾਮ ਨੇ ਮੁੜ ਬੇਨਤੀ ਕੀਤੀ, ਜਿਨ੍ਹਾਂ ਨੇ ਨਾਮ ਦਾ ਦਾਨ ਪ੍ਰਾਪਤ ਨਹੀਂ ਕੀਤਾ, ਉਹਨਾਂ 'ਤੇ ਕਿਰਪਾ ਕਰੋ ਜੀ। ਸਾਹਿਬਾਂ ਨੇ ਹੁਕਮ ਕੀਤਾ ਕਿ ਨਾਮ ਲੈਣ ਵਾਲਿਆਂ ਨੂੰ ਇੱਕ ਇੱਕ ਕਰਕੇ ਭੇਜਿਆ ਜਾਏ। ਫਿਰ ਸ੍ਰੀ ਸਤਿਗੁਰੂ ਜੀ ਇੱਕ ਪਾਸੇ ਹੋ ਕੇ ਬਹਿ ਗਏ। ਸਤਿਗੁਰੂ ਜੀ ਨੇ ਪਹਿਲਾਂ ਰਹਿਣੀਆਂ ਦਸੀਆਂ, ਜੋ ਪਰਾਇਆ ਅੰਨ, ਪਰਾਇਆ ਤਨ ਅਤੇ ਪਰਾਏ ਤਨ ਦਾ ਤਿਆਗ ਕਰਨਾ ਹੈ, ਸੁੱਚੀ ਕਮਾਈ ਕਰਨੀ ਅਤੇ ਵੰਡ ਛਕਣਾ ਵੀ ਜ਼ਰੂਰੀ ਹੈ। ਫਿਰ ਵਾਰੋ ਵਾਰੀ ਸਭ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਬਖਸ਼ਿਸ਼ ਪ੍ਰਾਪਤ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਵਡਭਾਗੀ ਸਮਝਿਆ। ਸ੍ਰੀ ਸਤਿਗੁਰੂ ਜੀ ਸਹਿਤ ਸੰਗਤ ਜਪਜੀ ਸਾਹਿਬ ਤੋਂ ਆਪਣੇ ਡੇਰੇ 'ਤੇ ਆਏ। ਸ਼ਹਿਰ ਦੀ ਸੰਗਤ ਮੱਥਾ ਟੇਕ ਕੇ ਜਦ ਘਰਾਂ ਨੂੰ ਜਾਣ ਲੱਗੀ ਤਾਂ ਸਾਹਿਬਾਂ ਨੇ ਫਰਮਾਇਆ, ਅੱਜ ਪੂਰਨਮਾਸ਼ੀ ਹੈ, ਦੁਪਹਿਰ ਨੂੰ ਗੁਰਦੁਆਰੇ ਵਿਖੇ ਕਥਾ ਕੀਰਤਨ ਦਾ ਪ੍ਰੋਗਰਾਮ ਹੋਵੇਗਾ। ਇਹ ਬਚਨ ਸੁਣ ਕੇ ਪਾਰ ਦੀ ਸੰਗਤ ਨੂੰ ਬਹੁਤ ਖੁਸ਼ੀ ਹੋਈ। ਸਾਹਿਬਾਂ ਨੇ ਸੰਗਤ ਨੂੰ ਹੁਕਮ ਕੀਤਾ, ਪਹਿਲੋਂ ਲੰਗਰ ਛਕ ਲਿਆ ਜਾਏ, ਫਿਰ ਗੁਰਦੁਆਰੇ ਪੁੱਜਣਾ ਹੋਵੇਗਾ। ਕੁਝ ਚਿਰ ਆਰਾਮ ਕਰਕੇ ਸੰਗਤ ਗੁਰਦੁਆਰੇ ਪੁੱਜ ਗਈ ਅਤੇ ਫਿਰ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਵੀ ਪਹੁੰਚ ਗਏ। ਰਾਗੀ ਜਥੇ ਨੇ ਕੀਰਤਨ ਕੀਤਾ। ਕੀਰਤਨ ਬੜਾ ਰਸ ਭਿੰਨਾ ਸੀ। ਜਿਸ ਵੇਲੇ ਰਾਗੀ ਜਥਾ ਇਹ ਸ਼ਬਦ ਪੜ੍ਹ ਰਿਹਾ ਸੀ ਤਾਂ ਕਈ ਭਗਤ ਜਨ ਵੈਰਾਗ ਦੀ ਦਸ਼ਾ ਵਿੱਚ ਹੋ ਗਏ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨ ਉਤਰੈ ਸਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜਿਉ। ਹੋ ਕੋਲੀ ਜਿਉ ਕੋਲ ਕੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜਿਉ ਰਹਾਓ। तेरा मुख सुहावा जियो, सहज तुन बाणी। चिर होवा देखे सारंग पाणी। तन सुदेश जहाँ तू वसया, मेरे सज्जन मीत मुरारे जियो।
हो कोल कुमाई, गुर सज्जन मीत मुरारे जियो रहाओ। एक कड़ी न मिलते ता कल जुग होता, हुण कद मिलिए प्रिय तुद भगवंता। मोहि रैन न विहावे नींद न आवे, बिन देखे गुर दरबारे जियो रहाओ। पाग हुआ गुर संत मिलाया, प्रभ अविनाशी कर मैं पाया। सेव करी पल चसा न विछड़ा, जन नानक दास तुम्हारे जियो। हो कोली जियो कोल कुमाई, जन नानक दास तुम्हारे जियो। जद कीर्तन दा भोग पिया ਤਾਂ ਸੰਗਤ ਨੇ ਬੇਨਤੀ ਕੀਤੀ ਕਿ ਹੁਣ ਜਿਹੜਾ ਸ਼ਬਦ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਰਾਗੀ ਜਥੇ ਨੇ ਪੜ੍ਹਿਆ ਹੈ ਉਸ ਦੇ ਭਾਵਾਰਥ ਸਮਝਾਉਣ ਦੀ ਕਿਰਪਾ ਕਰੋ ਜੀ। ਸ੍ਰੀ ਸਤਿਗੁਰੂ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਇਸ ਤਰ੍ਹਾਂ ਫਰਮਾਇਆ। ਇਸ ਸ਼ਬਦ ਦੇ ਅਰਥਾਂ ਤੋਂ ਪਹਿਲਾਂ ਇਸ ਸ਼ਬਦ ਦਾ ਪਿਛੋਕੜ ਜਾਣਨਾ ਜ਼ਰੂਰੀ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਭਰਾਤਾ ਸਹਾਰੀ ਮਲ ਜੀ ਸਨ। ਉਹਨਾਂ ਦੇ ਲੜਕੇ ਦੀ ਸ਼ਾਦੀ ਸੀ। ਉਹ ਸ੍ਰੀ ਸਤਿਗੁਰੂ ਰਾਮਦਾਸ ਜੀ ਪਾਸ ਲਾਹੌਰ ਅੰਮ੍ਰਿਤਸਰ ਪੁੱਜੇ ਤਾਂ ਜੋ ਸਾਰਾ ਕਾਰਜ ਨਿਰਵਿਘਨ ਨਿਭ ਜਾਏ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਭਰਾਤਾ ਨੂੰ ਦੱਸਿਆ, ਸਾਡੇ ਲਾਹੌਰ ਜਾਣ ਨਾਲ ਸਾਰੀਆਂ ਸੰਗਤਾਂ ਉੱਥੇ ਹੀ ਵਹੀਰਾਂ ਕੱਤ ਦੇਣਗੀਆਂ, ਜਾਂਜੀਆਂ ਦੀ ਵੀ ਭੀੜ ਹੋਵੇਗੀ, ਸੋ ਤੁਸੀਂ ਪ੍ਰਿਥੀ ਚੰਦ ਨੂੰ ਨਾਲ ਲੈ ਜਾਓ। ਤੁਸੀਂ ਪ੍ਰਿਥੀ ਚੰਦ ਨੂੰ ਨਾਲ ਲੈ ਜਾਓ। ਭਾਈ ਸਹਾਰੀ ਮਲ ਜੀ ਨੇ ਸ੍ਰੀ ਸਤਿਗੁਰੂ ਰਾਮਦਾਸ ਜੀ ਦਾ ਹੁਕਮ ਮੰਨ ਲਿਆ। ਜਦੋਂ ਪ੍ਰਿਥੀ ਚੰਦ ਨੂੰ ਬੁਲਾ ਕੇ ਸਤਿਗੁਰਾਂ ਨੇ ਲਾਹੌਰ ਜਾਣ ਦਾ ਹੁਕਮ ਕੀਤਾ ਤਾਂ ਉਸ ਬਹਾਨਾ ਕੀਤਾ ਕਿ ਉਹ ਤਾਂ ਸੰਗਤਾਂ ਦੀ ਸੇਵਾ ਸੰਭਾਲ ਵਿੱਚ ਹੀ ਰੁੱਝਾ ਰਹਿੰਦਾ ਹੈ, ਲਾਹੌਰ ਨਹੀਂ ਜਾ ਸਕਦਾ। ਫਿਰ ਮਹਾਦੇਵ ਨੂੰ ਵੀ ਲਾਹੌਰ ਜਾਣ ਲਈ ਆਗਿਆ ਕੀਤੀ ਤਾਂ ਉਸਨੇ ਵੀ ਦੁਨਿਆਵੀ ਕੰਮਾਂ ਤੋਂ ਵਿਰਕਤ ਰਹਿਣ ਦੇ ਕਾਰਨ ਇਨਕਾਰ ਕਰ ਦਿੱਤਾ। ਫਿਰ ਅਰਜਨ ਦੇਵ ਜੀ ਨੂੰ ਕਿਹਾ ਤਾਂ ਉਹਨਾਂ ਪਿਤਾ ਗੁਰੂ ਜੀ ਦੀ ਆਗਿਆ ਨੂੰ ਸਿਰ ਮੱਥੇ 'ਤੇ ਰੱਖਿਆ ਅਤੇ ਆਪਣੀ ਮਾਤਾ ਤੋਂ ਅਸੀਸ ਲੈ ਕੇ ਲਾਹੌਰ ਚਲੇ ਗਏ। ਪਰ ਨਾਲ ਹੀ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਜਦ ਤੱਕ ਉਹ ਸੱਦਾ ਨਾ ਭੇਜਣ ਤਦ ਤੱਕ ਉਹ ਲਾਹੌਰ ਹੀ ਰਹਿਣ। ਲਾਹੌਰ ਜਾ ਕੇ ਗੁਰੂ ਰੂਪ ਪਿਤਾ ਜੀ ਦੀ ਬਖਸ਼ਿਸ਼ ਅਤੇ ਮਾਤਾ ਜੀ ਦੀਆਂ ਆਸੀਸਾਂ ਦੇ ਸਦਕੇ ਵਿਆਹ ਦਾ ਕਾਰਜ ਬੜੀ ਯੋਗਤਾ ਨਾਲ ਨਿਭਾਇਆ। ਪਿਤਾ ਗੁਰੂ ਜੀ ਦੀ ਆਗਿਆ ਅਨੁਸਾਰ ਆਪ ਅੰਮ੍ਰਿਤਸਰ ਵਾਪਸ ਨਹੀਂ ਆਏ। ਉੱਥੇ ਲਾਹੌਰ ਵਿੱਚ ਹੀ ਦੀਵਾਨ ਖਾਨੇ ਵਿੱਚ ਬਹਿ ਕੇ ਲਾਹੌਰ ਦੀਆਂ ਸੰਗਤਾਂ ਨੂੰ ਆਪਣੇ ਬਚਨਾਂ ਦੁਆਰਾ ਨਿਹਾਲ ਤੇ ਕ੍ਰਿਤਾਰਥ ਕਰਦੇ ਰਹੇ। ਪਿਤਾ ਸਤਿਗੁਰੂ ਜੀ ਦੇ ਵਿਛੋੜੇ ਵਿੱਚ ਬੇਬਲ ਹੋਇਆ 7-8 ਮਹੀਨੇ ਲੰਘ ਗਏ। ਬੇਬਲ ਹੋਇਆ 7-8 ਮਹੀਨੇ ਲੰਘ ਗਏ। ਵਿਛੋੜੇ ਦਾ ਦੁੱਖ ਨਾ ਸਹਾਰਦਿਆਂ ਹੋਇਆ ਅਤੇ ਅਤੀ ਉਦਾਸ ਹੋ ਗਏ ਅਤੇ ਕੋਠੇ ਉੱਪਰ ਚੜ੍ਹ ਕੇ ਅੰਮ੍ਰਿਤਸਰ ਦਾ ਰਾਹ ਵੇਖਿਆ। ਇਸ ਤਰ੍ਹਾਂ ਕਾਫੀ ਸਮਾਂ ਅੰਮ੍ਰਿਤਸਰ ਦਾ ਰਾਹ ਤੱਕਦਿਆਂ ਬੀਤ ਗਿਆ। ਸਦਾ ਆਉਣ ਦੀ ਉਡੀਕ ਜਦ ਪੂਰੀ ਹੁੰਦੀ ਨਾ ਦਿਸੀ ਤਾਂ ਸੇਜਲ ਅੱਖੀਆਂ ਨਾਲ ਆਪ
ਥੱਲੇ ਉਤਰ ਆਏ। ਮਨ ਵਿੱਚ ਬਹੁਤ ਬੈਰਾਗ ਸੀ, ਪਰ ਪਿਤਾ ਗੁਰੂ ਜੀ ਦਾ ਹੁਕਮ ਸੀ ਕਿ ਸੱਦੇ ਬਗੈਰ ਆਪ ਨੇ ਆਪਣੇ ਆਪ ਲਾਹੌਰ ਨਹੀਂ ਆਉਣਾ। ਇਸ ਤਰ੍ਹਾਂ ਉਦਾਸੀ ਵਿੱਚ ਹੀ ਸਾਲ ਪੂਰਾ ਬੀਤ ਗਿਆ, ਪਰ ਸੰਦੇਸ਼ਾ ਫਿਰ ਵੀ ਨਾ ਆਇਆ। आखिर रह न सके। कागज़ कलम लेके एक वैरागमयी शब्द रूप पहली पत्रिका पिता सतगुरु जी वल लिख भेजी। मेरा मन लोचै गुर दर्शन ताई, बिलप करे चात्रिक की न्याय, त्रिखाना उतरै शांत न आवे, बिन दर्शन संत प्यारे जियो, हो कोली जियो कोल कुमाई, गुर दर्शन संत प्यारे जियो। गुरु रूप पिता जियो, आप जी दे दर्शनां नूं मेरा मन बहुत लोचदा है ਅਤੇ ਚਾਤਰਿਕ ਪਪੀਹੇ ਦੀ ਤਰ੍ਹਾਂ ਬਹੁਤ ਵਿਲਾਪ ਕਰਦਾ ਹੈ। हे ਸੰਤ ਰੂਪ ਪਿਆਰੇ ਪਿਤਾ ਜੀਓ, ਆਪ ਜੀ ਦੇ ਦਰਸ਼ਨ ਤੋਂ ਬਗੈਰ ਨਾ ਮਨ ਦੀ ਪਿਆਸ ਬੁਝਦੀ ਹੈ ਅਤੇ ਨਾ ਹੀ ਸ਼ਾਂਤੀ ਆਉਂਦੀ ਹੈ। हे ਸੰਤ ਪਿਆਰੇ ਸਤਿਗੁਰ ਜੀਓ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਹਾਂ। ਇਸ ਸ਼ਬਦ ਰੂਪੀ ਪੱਤਰਿਕਾ ਨੂੰ ਲਿਖ ਕੇ ਆਪਣੇ ਇੱਕ ਟਹਿਲੀਏ ਨੂੰ ਦਿੱਤੀ ਕਿ ਉਹ ਇਸ ਨੂੰ ਲੈ ਜਾ ਕੇ ਪਿਤਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਾ ਦੇਵੇ। ਜਦੋਂ ਉਹ ਟਹਿਲੀਆ ਸਿੱਖ ਅੰਮ੍ਰਿਤਸਰ ਪੁੱਜਾ ਤਾਂ ਸ੍ਰੀ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਉਸ ਨੂੰ ਪ੍ਰਿਥੀ ਚੰਦ ਮਿਲਿਆ ਅਤੇ ਉਸ ਚਿੱਠੀ ਲੈ ਕੇ ਉਸ ਸਿੱਖ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਚਿੱਠੀ ਸ੍ਰੀ ਗੁਰੂ ਜੀ ਪਾਸ ਪਹੁੰਚਾ ਦੇਵੇਗਾ। ਸੋ ਉਹ ਸਿੱਖ ਦਰਸ਼ਨ ਕਰਕੇ ਵਾਪਸ ਚਲਾ ਗਿਆ, ਪਰ ਪੱਤਰਿਕਾ ਸਤਿਗੁਰਾਂ ਪਾਸ ਨਾ ਪਹੁੰਚੀ। ਜਦੋਂ ਫਿਰ ਕਈ ਦਿਨ ਗੁਜ਼ਰ ਗਏ ਅਤੇ ਅੰਮ੍ਰਿਤਸਰ ਤੋਂ ਕੋਈ ਆਇਆ ਅਤੇ ਅੰਮ੍ਰਿਤਸਰ ਤੋਂ ਨਾ ਕੋਈ ਆਇਆ ਅਤੇ ਨਾ ਹੀ ਕੋਈ ਸੰਦੇਸ਼ਾ ਪੁੱਜਾ, ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਰੂਪ ਦੂਜੀ ਪੱਤਰਿਕਾ ਲਿਖੀ, ਕਿਉਂਕਿ ਉਹਨਾਂ ਦਾ ਮਨ ਬਹੁਤ ਵਿਰਾਗ ਵਿੱਚ ਸੀ। तेरा मुख सुहावा जियो, सहज तुन बाणी, चिर होआ देखे सारंग पानी, तन स्वदेश जहाँ तू वसया, मेरे सज्जन मीत मुरारे जियो, हो कोल कुमाई, गुर सज्जन मीत मुरारे जियो रहाओ। हे मुरारी रूप सतगुर जी, आप जी दे दर्शन मुख सुहावे हन ਅਤੇ ਆਪ ਜੀ ਦੀ ਬਾਣੀ ਦੀ ਧੁਨ ਬੜੀ ਸਹਿਜ ਤੇ ਸ਼ਾਂਤ ਸਰੂਪ ਹੈ। ਮੈਂ ਬੜੇ ਚਿਰ ਤੋਂ ਪਪੀਹੇ ਵਾਂਗ ਆਪ ਜੀ ਦੇ ਦਰਸ਼ਨਾਂ ਰੂਪੀ ਸਵਾਂਤੀ ਬੂੰਦ ਪ੍ਰਾਪਤ ਨਹੀਂ ਕਰ ਸਕਿਆ। ਜਿੱਥੇ ਤੁਹਾਡਾ ਨਿਵਾਸ ਹੈ ਉਹ ਦੇਸ਼ ਜਗ੍ਹਾ ਵੀ ਧੰਨਤਾ ਯੋਗ ਹੈ। ਤੁਸੀਂ ਮੇਰੇ ਪ੍ਰੀਤਮ ਹੋ ਅਤੇ ਦੈਤਾਂ ਦਾ ਨਾਸ ਕਰਨ ਵਾਲੇ ਮੁਰਾਰੀ ਜੇ ਹੋ। ਮੈਂ ਆਪ ਜੀ ਤੋਂ ਕੁਰਬਾਨ ਚਾਹੁੰਦਾ ਹਾਂ। ਮੇਰੇ ਮੁਰਾਰੀ ਰੂਪ ਸੱਜਣ ਜੀਓ, ਮੈਂ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ। ਇਹ ਸ਼ਬਦ ਰੂਪੀ ਚਿੱਠੀ ਨੂੰ ਲਿਖਣ ਤੋਂ ਬਾਅਦ ਉਸ ਸਿੱਖ ਨੂੰ ਬੁਲਾਇਆ
ਅਤੇ ਸ੍ਰੀ ਸਤਿਗੁਰੂ ਪਿਤਾ ਜੀ ਦੇ ਕਰ ਕਮਲਾਂ ਤੱਕ ਪਹੁੰਚਾਉਣ ਦੀ ਪੱਕੀ ਕੀਤੀ। ਜਦ ਇਹ ਸਿੱਖ ਦੂਜੀ ਚਿੱਠੀ ਲੈ ਕੇ ਅੰਮ੍ਰਿਤਸਰ ਪੁੱਜਾ ਤਾਂ ਫਿਰ ਪ੍ਰਿਥੀ ਚੰਦ ਉਸ ਨੂੰ ਮਿਲ ਗਿਆ। ਫਿਰ ਪ੍ਰਿਥੀ ਚੰਦ ਉਸ ਨੂੰ ਮਿਲ ਪਿਆ ਅਤੇ ਉਸ ਦੂਜੀ ਚਿੱਠੀ ਲੈ ਕੇ ਆਪਣੀ ਜੇਬ ਵਿੱਚ ਪਾ ਲਈ ਅਤੇ ਗੁਰੂ ਪਿਤਾ ਜੀ ਤੱਕ ਨਹੀਂ ਪਹੁੰਚਾਈ, ਕਿਉਂਕਿ ਚਿੱਠੀਆਂ ਦੀ ਬਾਣੀ ਗੁਰੂ ਜੀ ਦੀ ਆਪਣੀ ਬਾਣੀ ਜਿਹੀ ਸੀ ਅਤੇ ਉਸ ਨੂੰ ਡਰ ਸੀ ਕਿ ਜੇ ਇਹ ਚਿੱਠੀਆਂ ਪਿਤਾ ਗੁਰੂ ਜੀ ਪਾਸ ਪੁੱਜ ਜਾਂਦੀਆਂ ਤਾਂ ਉਹਨਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੀ ਗੁਰਗੱਦੀ ਦੀ ਬਖਸ਼ਿਸ਼ ਕਰ ਦੇਣੀ ਹੈ। ਪ੍ਰਿਥੀ ਚੰਦ ਨੇ ਉਸ ਸਿੱਖ ਨੂੰ ਗੁੱਸੇ ਵਿੱਚ ਕਿਹਾ, ਜਾ ਕੇ ਉਸ ਨੂੰ ਕਹਿ ਦੇਣਾ ਕਿ ਪਿਤਾ ਜੀ ਦਾ ਹੁਕਮ ਹੈ ਕਿ ਅਜੇ ਲਾਹੌਰ ਹੀ ਰਹੇ ਅਤੇ ਇਤਨੀਆਂ ਚਿੱਠੀਆਂ ਵੀ ਨਹੀਂ ਲਿਖਣੀਆਂ, ਆਪੇ ਸਮਾਂ ਪਾ ਕੇ ਅਸੀਂ ਬੁਲਾ ਲਵਾਂਗੇ। ਬਹੁਤ ਸੋਚ ਵਿਚਾਰ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਨਤੀਜੇ ਤੇ ਪੁੱਜੇ ਕਿ ਪਿਤਾ ਗੁਰੂ ਜੀ ਤਾਂ ਬਹੁਤ ਮਿੱਠਾ ਬੋਲਦੇ ਹਨ, ਬਹੁਤ ਮਿੱਠ ਬੋਲੜੇ ਹਨ। ਉਹ ਬੜਾ ਪਿਆਰ ਕਰਦੇ ਸਨ। ਚਿੱਠੀਆਂ ਉਹਨਾਂ ਤੱਕ ਨਹੀਂ ਪੁੱਜੀਆਂ ਹੋਣੀਆਂ। ਫਿਰ ਉਸ ਸਿੱਖ ਨੂੰ ਬੁਲਾ ਕੇ ਜਦੋਂ ਚਿੱਠੀਆਂ ਬਾਰੇ ਪੁੱਛਿਆ ਤਾਂ ਉਸ ਦੱਸਿਆ, ਆਪ ਜੀ ਦੇ ਵੱਡੇ ਭਰਾਤਾ ਹੀ ਦੋਵੇਂ ਵਾਰ ਮੈਨ ਮਿਲੇ ਸਨ ਅਤੇ ਚਿੱਠੀਆਂ ਵੀ ਉਹ ਹੀ ਲੈਂਦੇ ਰਹੇ ਹਨ ਅਤੇ ਹੁਕਮ ਵੀ ਉਹਨਾਂ ਹੀ ਦਿੱਤਾ ਹੈ। ਇਹ ਬਚਨ ਸੁਣਦਿਆਂ ਹੀ ਮਨ ਹੋਰ ਵੈਰਾਗ ਵਿੱਚ ਆ ਗਿਆ ਅਤੇ ਆਪ ਜੀ ਨੇ ਤੀਜੀ ਚਿੱਠੀ ਲਿਖੀ। ਇੱਕ ਕੜੀ ਨ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ। ਮੋਇ ਰਹਿਣ ਨ ਵਿਹਾਵੈ, ਨੀਂਦ ਨ ਆਵੈ, ਬਿਨ ਦੇਖੇ ਗੁਰ ਦਰਬਾਰੇ ਜਿਉ। ਹੋ ਕੋਲੀ ਜਿਉ ਕੋਲ ਕੁਮਾਈ, ਤਿਸ ਸੱਚੇ ਗੁਰ ਦਰਬਾਰੇ ਜਿਉ। ਲਾਹੌਰ ਰਹਿੰਦਿਆਂ ਹੋਇਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੀਜੀ ਸ਼ਬਦ ਰੂਪ ਚਿੱਠੀ ਤੇ 3 ਅੰਕ ਪਾ ਦਿੱਤੇ। ਫਿਰ ਉਸੇ ਸਿੱਖ ਨੂੰ ਪੱਕੀ ਕੀਤੀ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਕਰ ਕਮਲਾਂ ਵਿੱਚ ਹੀ ਇਹ ਚਿੱਠੀ ਦੇਣੀ ਹੈ, ਹੋਰ ਕਿਸੇ ਨੂੰ ਨਹੀਂ ਦੇਣੀ। ਉਹ ਸਿੱਖ ਇਸ ਵਾਰ ਸਿੱਧਾ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੁੱਜਾ। ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਪੱਤਰਿਕਾ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਸ੍ਰੀ ਗੁਰੂ ਰਾਮਦਾਸ ਜੀ ਨੇ ਚਿੱਠੀ ਉੱਤੇ ਤੀਜਾ ਅੰਕ ਪੜ੍ਹ ਕੇ ਉਸ ਸਿੱਖ ਨੂੰ ਪੁੱਛਿਆ, ਪਹਿਲੀਆਂ ਦੋਵੇਂ ਚਿੱਠੀਆਂ ਕਿੱਥੇ ਹਨ? ਉਸ ਸਿੱਖ ਨੇ ਜਵਾਬ ਦਿੱਤਾ, ਗਰੀਬ ਨਿਵਾਜ, ਅੱਗੇ ਵੀ ਮੈਂ 2 ਚਿੱਠੀਆਂ ਲਿਆਇਆ ਸਾਂ। ਉਹ ਆਪ ਜੀ ਦੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਲੈ ਲੈਂਦੇ ਰਹੇ ਹਨ ਅਤੇ ਉਹ ਆਪ ਤੱਕ ਉਹਨਾਂ ਨੂੰ ਪਹੁੰਚਾਉਣ ਦਾ ਵਿਸ਼ਵਾਸ ਦਵਾ ਕੇ ਮੈਨੂੰ ਵਾਪਸ ਭੇਜ ਦਿੰਦੇ ਸਨ। ਸੰਗਤਾਂ ਬਹੁਤ ਹੋਣ ਕਰਕੇ ਇਹ ਗੱਲ ਮੈਂ ਆਪ ਜੀ ਨਾਲ ਨਹੀਂ ਕਰ ਸਕਿਆ। ਇਹ ਸੁਣ ਕੇ ਸ੍ਰੀ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਲਾਹੌਰ ਭੇਜ ਦਿੱਤਾ ਕਿ ਉਹ ਸਾਹਿਬਜ਼ਾਦਾ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਲੈ ਆਉਣ। ਸ੍ਰੀ ਗੁਰੂ ਰਾਮਦਾਸ ਜੀ ਉਸ ਚਿੱਠੀ ਦੀਆਂ ਵਿਚਲੀਆਂ ਭਾਵਨਾਵਾਂ ਨੂੰ ਜਾਣ ਕੇ ਅਤੀ ਪ੍ਰਸੰਨ ਹੋਏ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਤੀਜੀ ਚਿੱਠੀ ਦੇ ਅਰਥ ਇਉਂ ਸਮਝਾਏ। ਸ੍ਰੀ ਗੁਰੂ ਰਾਮਦਾਸ ਜੀ ਨੂੰ
ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਬੇਹਬਲਤਾ ਦਰਸਾਉਂਦੇ ਹੋਏ ਲਿਖਦੇ ਹਨ ਕਿ ਜੇ ਆਪ ਜੀ ਨਾਲ ਇੱਕ ਕੜੀ ਦਾ ਵੀ ਵਿਛੋੜਾ ਪੈ ਜਾਂਦਾ ਹੈ ਤਾਂ ਮੇਰੇ ਲਈ ਕਲਯੁਗ ਵਰਤ ਜਾਂਦਾ ਸੀ। ਅਤੇ ਹੁਣ ਇਤਨਾ ਵਕਤ ਲੰਘ ਜਾਣ ਤੋਂ ਬਾਅਦ ਵੀ ਭਗਵੰਤ ਰੂਪ ਪਿਤਾ ਜੀ ਕਦੋਂ ਕਿਰਪਾ ਕਰੋਗੇ ਕਿ ਆਪ ਜੀ ਦੇ ਪਿਆਰੇ ਪਿਆਰੇ ਅਤੇ ਆਨੰਦਮਈ ਦਰਸ਼ਨ ਹੋ ਸਕਣਗੇ। ਆਪ ਜੀ ਦੇ ਸੰਗਤਾਂ ਨਾਲ ਪਰੇ ਦਰਬਾਰ ਦੇ ਦਰਸ਼ਨ ਕਰਨ ਤੋਂ ਬਗੈਰ ਮੇਰੀ ਰਾਤ ਨਹੀਂ ਗੁਜ਼ਰਦੀ ਅਤੇ ਨੀਂਦਰ ਨਹੀਂ ਆਉਂਦੀ। ਸਤਿਗੁਰ ਪਿਤਾ ਜੀ ਆਪ ਜੀ ਦੇ ਸੱਚੇ ਦਰਬਾਰ ਤੋਂ ਮੈਂ ਕੁਰਬਾਨ ਜਾਂਦਾ ਹਾਂ। ਸ੍ਰੀ ਸਤਿਗੁਰ ਭਗਵਾਨ ਦਾਸ ਜੀ ਨੇ ਫਰਮਾਇਆ, ਜਦੋਂ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਲਾਹੌਰ ਪੁੱਜ ਕੇ ਸ੍ਰੀ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਪਹੁੰਚਣ ਲਈ ਗੁਰੂ ਜੀ ਦਾ ਸੰਦੇਸ਼ਾ ਦਿੱਤਾ ਤਾਂ ਆਪ ਉਸੇ ਸਮੇਂ ਤਾਇਆ ਜੀ ਅਤੇ ਉਹਨਾਂ ਦੇ ਪਰਿਵਾਰ ਅਤੇ ਲਾਹੌਰ ਦੀਆਂ ਸਿੱਖ ਸੰਗਤਾਂ ਤੋਂ ਵਿਦਾ ਹੋ ਕੇ ਅੰਮ੍ਰਿਤਸਰ ਪੁੱਜੇ ਅਤੇ ਆਉਂਦਿਆਂ ਸਾਰ ਹੀ ਪਿਤਾ ਸਤਿਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਏ। ਆਪਣੇ ਅਥਰੂਆਂ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਧੋ ਦਿੱਤਾ। ਸੰਗਤਾਂ ਨੇ ਇਹ ਕੌਤਕ ਵੇਖ ਕੇ ਵਿਸਮਾਦ ਦੀ ਹਾਲਤ ਨੂੰ ਜਾਣਿਆ। ਫਿਰ ਸ੍ਰੀ ਸਤਿਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਤੋਂ ਪਹਿਲੀਆਂ ਦੋਹਾਂ ਚਿੱਠੀਆਂ ਬਾਰੇ ਪੁੱਛਿਆ ਤਾਂ ਉਹ ਬਿਲਕੁਲ ਹੀ ਮੁਕਰ ਗਿਆ ਅਤੇ ਕੂੜ ਕੁਸਤ ਬੋਲਣ ਲੱਗਾ। ਇਹ ਵੇਖ ਕੇ ਸਤਿਗੁਰੂ ਰਾਮਦਾਸ ਜੀ ਨੇ ਇੱਕ ਸਿੱਖ ਨੂੰ ਭੇਜ ਕੇ ਪ੍ਰਿਥੀ ਚੰਦ ਦੀ ਪਤਨੀ ਬੀਬੀ ਕਰਮੋ ਪਾਸ ਪ੍ਰਿਥੀ ਚੰਦ ਦਾ ਚੋਗਾ ਮੰਗਵਾਇਆ ਤਾਂ ਉਸ ਦੀ ਜੇਬ ਵਿੱਚੋਂ ਚਿੱਠੀਆਂ ਮਿਲ ਗਈਆਂ। ਉਹ ਸ਼ਰਮਿੰਦਾ ਹੋ ਗਿਆ ਪਰ ਬੋਲ ਕਬੋਲ ਬੋਲਦਾ ਹੀ ਗਿਆ। ਸ੍ਰੀ ਸਤਿਗੁਰੂ ਰਾਮਦਾਸ ਜੀ ਨੇ ਕਿਹਾ, ਸਾਰੰਗ ਮਹਲਾ ਚੌਥਾ ਕਰ ਤੀਜਾ ਦੁਪਦਾ काहे पूत चगरत को काहे पूत चगरत हो संग बाप जिनके जड़े बडीरे तुम हो तिन स्यों चगरत पाप रहाओ जिस तन का तुम गर्व करत हो सो तन किसे न आप खिन में छोड़ जाए बिखिया रस तौला लगे पछताप जो तुमरे प्रभ होते स्वामी हर तिनके जापो जाप उपदेश करत नानक जन तुमको जो सुनो तो जाए संताप। इस शब्द दी राही श्री गुरु रामदास जी ने ਪ੍ਰਿਥੀ ਚੰਦ ਨੂੰ ਬਹੁਤ ਸਮਝਾਇਆ ਪਰ ਉਹ ਸ਼ਾਂਤ ਨਾ ਹੋਇਆ। ਤਿੰਨਾਂ ਚਿੱਠੀਆਂ ਨੂੰ ਪੜ੍ਹ ਕੇ ਸ੍ਰੀ ਸਤਿਗੁਰੂ ਰਾਮਦਾਸ ਜੀ ਨੇ ਫਰਮਾਇਆ, ਜਿਹੜਾ ਇਹਨਾਂ ਤਿੰਨਾਂ ਪਦਾਂ ਨਾਲ ਚੌਥਾ ਪਦ ਇਹਨਾਂ ਮੁਤਾਬਕ ਹੀ ਜੋੜ ਦੇਵੇਗਾ ਉਸੇ ਨੂੰ ਗੁਰਗੱਦੀ ਤੇ ਸੁਸ਼ੋਭਿਤ ਕਰ ਦਿੱਤਾ ਜਾਏਗਾ। ਸਾਰੀ ਸੰਗਤ ਵਿੱਚ ਸन्नाटा ਛਾ ਗਿਆ। ਚਾਹੇ ਦੀਵਾਨ ਵਿੱਚ ਵੱਡੇ ਵੱਡੇ ਕਵੀ ਗੁਣੀ ਗਿਆਨੀ ਆਦਿ ਬੈਠੇ ਹੋਏ ਸਨ ਪਰ ਕਿਸੇ ਨੂੰ ਹਿਆ ਨਾ ਪਿਆ। ਸਾਰੇ ਚੁੱਪ ਹੀ ਵੱਟੀ ਬੈਠੇ ਰਹੇ। ਕੁਝ ਚਿਰ ਮਗਰੋਂ ਆਪ ਸਤਿਗੁਰੂ ਜੀ ਨੇ ਪ੍ਰਿਥੀ ਚੰਦ ਨੂੰ ਕਿਹਾ, ਹੁਣ ਵੇਲਾ ਹੈ, ਜੇ ਕੁਝ ਕਰ ਸਕਦਾ ਹੈ ਤਾਂ ਕਰ ਲੈ। ਈਰਖਾ ਵਿੱਚ ਰਹਿਣ ਦਾ ਕੋਈ ਲਾਭ ਨਹੀਂ।
ਪ੍ਰਿਥੀ ਚੰਦ ਕੋਲੋਂ ਚੌਥਾ ਪਦ ਕਿਵੇਂ ਪੂਰਾ ਹੋ ਸਕਦਾ ਸੀ। ਇਸ ਲਈ ਤਾਂ ਸਤਿਗੁਰਾਂ ਦੀ ਬਖਸ਼ਿਸ਼ ਦੀ ਲੋੜ ਹੁੰਦੀ ਹੈ, ਜਿਹੜੀ ਉਸ ਪਾਸ ਨਹੀਂ ਸੀ। ਮਹਾਦੇਵ ਜੀ ਵੀ ਇਸ ਪੱਖੋਂ ਅਸਫਲ ਹੀ ਰਹੇ। ਫਿਰ ਗੁਰੂ ਰਾਮਦਾਸ ਜੀ ਨੇ ਆਪਣੇ ਸਭ ਤੋਂ ਛੋਟੇ ਸੁਪੁੱਤਰ ਸ੍ਰੀ ਅਰਜਨ ਦੇਵ ਜੀ ਵੱਲ ਕਿਰਪਾ ਦ੍ਰਿਸ਼ਟੀ ਕੀਤੀ ਤੇ ਚੌਥਾ ਪਦ ਪੂਰਾ ਕਰਨ ਲਈ ਆਖਿਆ, ਤਾਂ ਉਹਨਾਂ ਚੌਥਾ ਪਦ ਪੂਰਾ ਕੀਤਾ, ਜੋ ਇਉਂ ਸੀ। पाग हुआ गुर संत मिलाया, प्रभ अविनाशी कर मैं पाया। सेव करी पल चसा न विछड़ा, जन नानक दास तुम्हारे जियो। हो कोली जियो कोल कुमाई, जन नानक दास तुम्हारे जियो। रहाओ। गरीब निवाज जिस वेले मेरे भाग, जिस वेले मेरा भाग आप जी दे मिलाप रूपी फल देण नूं जागिया, तां प्रभु अविनाशी नूं घर विच ही प्राप्त कर लिया है। ਹੁਣ ਮੇਰੇ ਮਨ ਵਿੱਚ ਇਹੋ ਇੱਛਾ ਹੈ ਕਿ ਹਰ ਵਕਤ ਆਪ ਜੀ ਦੇ ਚਰਨਾਂ ਵਿੱਚ ਹੀ ਰਹਾਂ, ਸੇਵਾ ਕਰਦਾ ਰਹਾਂ। ਸੇਵਾ ਕਰਦਿਆਂ ਹੋਇਆਂ ਪਲ ਤੇ ਚਸਾ ਮਾਤਰ ਵੀ ਨਾ ਵਿਛਣਾ। ਸ੍ਰੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ हे ਸਤਿਗੁਰ ਜੀ, ਮੈਂ ਤਾਂ ਆਪ ਜੀ ਦੇ ਚਰਨਾਂ ਦਾ ਦਾਸ ਹਾਂ। ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲੋਂ ਨਾ ਨਿਖੇੜਨਾ। हे ਗਰੀਬ ਨਿਵਾਜ ਜੀ, ਮੈਂ ਆਪ ਜੀ ਤੋਂ ਵਾੜਨੇ ਜਾਂਦਾ ਹਾਂ। ਮਹਾਰਾਜ ਜੀਓ, ਮੈਂ ਦਾਸ ਆਪ ਜੀ ਦੇ ਚਰਨਾਂ ਕਮਲਾਂ ਦਾ ਚਾਕਰ ਹਾਂ। ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੌਥਾ ਪਦ ਉਚਾਰਿਆ, ਤਾਂ ਗੁਰੂ ਰਾਮਦਾਸ ਜੀ ਅਤੇ ਸਾਰੀ ਸੰਗਤ ਅਤਿਅੰਤ ਪ੍ਰਸੰਨਤਾ ਨਾਲ ਭਰ ਗਈ। ਫਿਰ ਸ੍ਰੀ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਸਾਰੇ ਜਗਤ ਦਾ ਗੁਰੂ ਥਾਪ ਦਿੱਤਾ ਗਿਆ ਅਤੇ ਫਰਮਾਇਆ, हे ਪੁਰਖਾ, ਜੇ ਤੇਰੀ ਇੱਛਾ ਸੇਵਾ ਕਰਨ ਦੀ ਹੈ ਤਾਂ ਇਸ ਹਰਮੰਦਰ ਸਾਹਿਬ ਜੀ ਦੀ ਸੇਵਾ ਕਰਨਾ। ਜਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਇਸ ਸ਼ਬਦ ਦੀ ਕਥਾ ਪ੍ਰਸੰਗ ਸਹਿਤ ਕੀਤੀ ਤਾਂ ਕਈ ਸਿੱਖ ਵੈਰਾਗ ਵਿੱਚ ਹੋ ਗਏ। ਅਰਦਾਸਾਂ ਹੋਇਆ, ਅਰਦਾਸ ਹੋਈ, ਭੋਗ ਪਿਆ ਤਾਂ ਸ਼ਹਿਰ ਦੀ ਸੰਗਤ ਆਪੋ ਆਪਣੇ ਘਰ ਹੀ ਗਈ ਅਤੇ ਪਾਠ ਦੀ ਸੰਗਤ ਸਤਿਗੁਰਾਂ ਨਾਲ ਡੇਰੇ 'ਤੇ ਆਈ। ਲੰਗਰ ਤਿਆਰ ਸੀ। ਸਤਿਗੁਰਾਂ ਨੇ ਹੁਕਮ ਕੀਤਾ, ਲੰਗਰ ਛਕ ਲਓ। ਸੰਗਤ ਨੇ ਲੰਗਰ ਛਕਿਆ। ਫਿਰ ਸੰਗਤ ਨੇ ਬੇਨਤੀ ਕੀਤੀ, ਸਾਹਿਬ ਜੀਓ, ਤੁਸਾਂ ਫਰਮਾਇਆ ਸੀ ਕਿ ਮਨੇਰੀ ਅਤੇ ਸਵਾਬੀ ਆਵਾਂਗੇ, ਕੁਝ ਮਜੀਆਂ ਵੀ ਲੈਣੀਆਂ ਹਨ ਅਤੇ ਉਹਨਾਂ ਵਾਸਤੇ ਭੌਂ ਵੀ ਖਰੀਦਣਾ ਹੈ। ਤਾਂ ਸਤਿਗੁਰਾਂ ਹੁਕਮ ਕੀਤਾ, ਅਸੀਂ ਪਰਸੋਂ ਮਨੇਰੀ ਪੁੱਜ ਜਾਵਾਂਗੇ, ਤੁਸੀਂ ਵਾਪਸ ਜਾਓ। ਇਹ ਸੁਣ ਕੇ ਸੰਗਤ ਖੁਸ਼ ਹੋ ਗਈ। ਭਗਤ ਰਾਮ ਜੀ ਦਾਸ ਸਵਾਬੀ ਵਾਲੇ ਅਤੇ ਭਗਤ ਰਾਮਦਾਸ ਮਨੇਰੀ ਵਾਲੇ ਕੈਮਲਪੁਰ ਹੀ ਰਹੇ, ਕਿਉਂਕਿ ਉਹਨਾਂ ਦਾ ਹੱਠ ਸੀ ਕਿ ਉਹ ਸਤਿਗੁਰਾਂ ਨਾਲ ਹੀ ਵਾਪਸ ਜਾਣਗੇ। ਬਾਕੀ ਦੀ ਸੰਗਤ ਆਗਿਆ ਲੈ ਕੇ ਵਾਪਸ ਚਲੀ ਗਈ। ਤਾਂ ਸਤਿਗੁਰਾਂ ਹੁਕਮ ਕੀਤਾ, ਅਸੀਂ ਪਰਸੋਂ ਮਨੇਰੀ ਪੁੱਜ ਜਾਵਾਂਗੇ, ਤੁਸੀਂ ਵਾਪਸ ਜਾਓ। ਇਹ ਸੁਣ ਕੇ ਸੰਗਤ ਬਹੁਤ ਖੁਸ਼ ਹੋਈ। ਭਗਤ ਰਾਮ ਜੀ ਦਾਸ ਸਵਾਬੀ ਵਾਲੇ ਅਤੇ ਭਗਤ ਰਾਮਦਾਸ ਮਨੇਰੀ ਵਾਲੇ
ਕੈਮਲਪੁਰ ਹੀ ਰਹੇ, ਕਿਉਂਕਿ ਉਹਨਾਂ ਦਾ ਹੱਟ ਸੀ ਕਿ ਉਹ ਸਤਿਗੁਰਾਂ ਨਾਲ ਹੀ ਵਾਪਸ ਜਾਣਗੇ। ਬਾਕੀ ਦੀ ਸੰਗਤ ਆਗਿਆ ਲੈ ਕੇ ਵਾਪਸ ਚਲੀ ਗਈ। ਸਾਖੀ ਪੂਰੀ ਹੋਈ। ਏਕ ਓੰਕਾਰ ਸਤਿਗੁਰ ਪ੍ਰਸਾਦ। ਤਨ ਤਨ ਸ੍ਰੀ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਨਰੈਣ ਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਸਾਧੂ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ। ਸਾਖੀ ਫਕੀਰ ਚੰਦ ਬਤਰਾ ਦੇ ਵਿਆਹ ਦੀ। ਫਕੀਰ ਚੰਦ ਬਤਰਾ ਮਨੇਰੀ ਪਿੰਡ ਦਾ ਰਹਿਣ ਵਾਲਾ ਸੀ, ਜਿਸ ਦੇ ਮਾਤਾ ਪਿਤਾ ਛੋਟੀ ਉਮਰ ਵਿੱਚ ਹੀ ਗੁਜ਼ਰ ਗਏ ਸਨ ਅਤੇ ਉਸ ਦੇ ਚਾਚੇ ਦਾਮੋਦਰ ਦਾਸ ਅਤੇ ਚਾਚੀ ਗੋਪਾ ਨੇ ਉਸ ਨੂੰ ਪੁੱਤਰਾਂ ਵਾਂਗਣ ਪਾਲਿਆ। ਉਸ ਦੀ ਕੁੜਮਾਈ ਤਾਰਾ ਚੰਦ ਤੋਪੀ ਵਾਲੇ ਦੀ ਸਪੁੱਤਰੀ ਜਾਨਕੀ ਨਾਲ ਹੋਈ। ਜਦ ਵਿਆਹ ਦਾ ਦਿਨ ਨਿਸ਼ਚਿਤ ਹੋਇਆ ਤਾਂ ਤਾਰਾ ਚੰਦ ਨੇ ਵਿਆਹ ਸਨਾਤਨ ਰੀਤੀ ਨਾਲ ਕਰਨ 'ਤੇ ਜ਼ੋਰ ਦਿੱਤਾ, ਜਿਸ ਨੂੰ ਦਮੋਦਰ ਦਾਸ ਨੇ ਮੰਨ ਲਿਆ। ਫਕੀਰ ਚੰਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦਾ ਸੇਵਕ ਸੀ ਅਤੇ ਗੁਰਸਿੱਖਾਂ ਦੀ ਸੰਗਤ ਵਿੱਚ ਰਹਿੰਦਾ ਸੀ। ਉਹ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੀ ਹਜ਼ੂਰੀ ਵਿੱਚ ਕੈਮਲਪੁਰ ਆਇਆ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, ਆਪ ਕਿਰਪਾ ਕਰਕੇ ਮੇਰੇ ਵਿਆਹ 'ਤੇ ਮੇਰੇ ਨਾਲ ਚੱਲਣ ਦੀ ਪ੍ਰਵਾਨਗੀ ਦਿਓ ਅਤੇ ਆਪਣੇ ਕਰ ਕਮਲਾਂ ਦੁਆਰਾ ਆਨੰਦ ਕਾਰਜ ਕਰਵਾ ਕੇ ਅਸੀਸਾਂ ਬਖਸ਼ੋ। ਪਰ ਸਤਿਗੁਰਾਂ ਨੇ ਨਾਲ ਚੱਲਣ ਤੋਂ ਮਜਬੂਰੀ ਦੱਸੀ ਅਤੇ ਫਰਮਾਇਆ, ਤੂੰ ਆਪਣੇ ਵੱਡਿਆਂ ਦੀ ਮਰਜ਼ੀ ਅਨੁਸਾਰ ਵਿਆਹ ਕਰਕੇ ਵਹੁਟੀ ਨੂੰ ਨਾਲ ਲੈ ਕੇ ਇੱਥੇ ਆ ਜਾਵੀਂ, ਅਸੀਂ ਤੇਰੀ ਇੱਛਾ ਪੂਰੀ ਕਰ ਦਿਆਂਗੇ। ਇਹ ਬਚਨ ਸੁਣ ਕੇ ਫਕੀਰ ਚੰਦ ਰੋ ਪਿਆ ਅਤੇ ਸਤਿਗੁਰਾਂ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ, ਸਾਹਿਬ ਜੀਓ, ਜੇ ਤੁਸੀਂ ਨਾਲ ਨਹੀਂ ਚੱਲੋਗੇ ਤਾਂ ਮੈਂ ਵੀ ਵਾਪਸ ਮਨੇਰੀ ਨਹੀਂ ਜਾਵਾਂਗਾ। ਮੈਂ ਇੱਥੇ ਹੀ ਤੁਹਾਡੇ ਚਰਨਾਂ ਵਿੱਚ ਰਵਾਂਗਾ। ਸਤਿਗੁਰਾਂ ਨੇ ਫਕੀਰ ਚੰਦ ਦੇ ਪਿਆਰ ਨੂੰ ਅਤੇ ਸ਼ਰਧਾ ਨੂੰ ਵੇਖ ਕੇ ਬਚਨ ਕੀਤਾ, ਚੰਗਾ, ਅਸੀਂ ਤੇਰੇ ਨਾਲ ਚੱਲਦੇ ਹਾਂ। ਇਹ ਸੁਣ ਕੇ ਫਕੀਰ ਚੰਦ ਨੇ ਮੁੜ ਸਤਿਗੁਰਾਂ ਦੇ ਚਰਨ ਫੜ ਲਏ ਅਤੇ ਉਹਨਾਂ ਦਾ ਧੰਨਵਾਦ ਕੀਤਾ। ਸਤਿਗੁਰ ਜੀ ਫਕੀਰ ਚੰਦ ਨਾਲ ਮਨੇਰੀ ਪੁੱਜ ਕੇ ਜੰਝ ਨਾਲ ਤੋਪੀ ਵੀ ਗਏ। ਆਪ ਤੋਪੀ ਜਾ ਕੇ ਮਾਈ ਮੀਰਾ ਦੇ ਘਰ ਠਹਿਰੇ ਅਤੇ ਆਪਣੇ ਆਪ ਨੂੰ ਬੁਖਾਰ ਚੜਾ ਲਿਆ। ਇਹ ਵੇਖ ਕੇ ਸੰਗਤਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮੇਰੇ ਸੱਚੇ ਪਾਤਸ਼ਾਹ ਜੀਓ, ਆਪ ਇੱਥੇ ਮਾਈ ਮੀਰਾ ਦੇ ਘਰ ਹੀ ਵਿਸਰਾਮ ਕਰੋ। ਸੇਵਾ ਆਦਿ ਲਈ ਕੁਝ ਸਿੱਖ ਸਤਿਗੁਰਾਂ ਪਾਸ ਰੁਕ ਗਏ। ਫਕੀਰ ਚੰਦ ਅਰਦਾਸ ਕਰਕੇ ਸ਼ਾਦੀ ਵਾਲਾ ਜੋੜਾ ਪਾ ਕੇ ਅਤੇ ਸਿਹਰਾ ਬਣ ਕੇ ਤਿਆਰ ਹੋ ਗਿਆ। ਅਰਦਾਸ ਕਰਨ ਬਾਅਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਤੋਂ ਥਾਪੜਾ ਲੈ ਕੇ ਲਾੜਾ ਜੰਝ ਸਹਿਤ ਭਾਈ ਤਾਰਾ ਚੰਦ ਦੇ ਘਰ ਤੁਰ ਪਿਆ।
ਜੰਝ ਦੇ ਜਾਣ ਤੋਂ ਬਾਅਦ ਸਤਿਗੁਰਾਂ ਪਾਸ ਰੁਕੇ ਸਿੱਖਾਂ ਨੇ ਵੇਖਿਆ ਜੋ ਸਤਿਗੁਰ ਜੀ ਨੂੰ ਬੁਖਾਰ ਤਾਂ ਨਹੀਂ ਹੈ। ਫਿਰ ਸੰਗਤਾਂ ਨਾਲ ਸਤਿਗੁਰਾਂ ਨੇ ਬਚਨ ਬਿਲਾਸ ਕੀਤੇ। ਫਕੀਰ ਚੰਦ ਦਾ ਵਿਆਹ ਤੋਪੀ ਪਿੰਡ ਵਿੱਚ ਸਨਾਤਨ ਰੀਤੀ ਅਨੁਸਾਰ ਹੋ ਗਿਆ। ਸਤਿਗੁਰ ਜੀ ਡੋਲੀ ਲੈ ਕੇ ਮਨੇਰੀ ਆ ਗਏ। ਫਕੀਰ ਚੰਦ ਨੇ ਆਪਣੀ ਪਤਨੀ ਜਾਨਕੀ ਨੂੰ ਸਤਿਗੁਰਾਂ ਤੋਂ ਨਾਮ ਦੁਆਇਆ। ਇਹ ਦੋਵੇਂ ਹਰ ਪੂਰਨਮਾਸ਼ੀ 'ਤੇ ਸਤਿਗੁਰਾਂ ਦੇ ਦਰਸ਼ਨ ਕਰਨ ਕੈਮਲਪੁਰ ਆਇਆ ਕਰਦੇ ਸਨ। ਕੁਝ ਸਮੇਂ ਬਾਅਦ 1945 ਵਿੱਚ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਜੋਤੀ ਜੋਤ ਸਮਾ ਗਏ। ਇੱਕ ਦਿਨ ਸਤਿਗੁਰੂ ਸੇਵਾ ਰਾਮ ਜੀ, ਬੀਬੀ ਸਰੂਪ ਕੌਰ ਜੀ, ਭਾਈ ਬਲਰਾਜ ਸ਼ਾਹ ਜੀ ਅਤੇ ਬਹੁਤ ਸਾਰੇ ਹੋਰ ਗੁਰਸਿੱਖ ਬੈਠੇ ਸਨ ਤਾਂ ਫਕੀਰ ਚੰਦ ਬਤਰਾ ਆਪਣੀ ਪਤਨੀ ਸਮੇਤ ਆ ਕੇ ਹਜ਼ੂਰੀ ਵਿੱਚ ਬੈਠਾ ਤਾਂ ਸਾਹਿਬ ਸੇਵਾ ਰਾਮ ਜੀ ਨੇ ਸਹਿਜ ਸੁਭਾ ਆਖਿਆ, ਬਤਰਾ ਜੀ ਅਸਾਂ ਤੇਰੀਆਂ ਲਾਵਾਂ ਫੇਰ ਕਰਾਣੀਆਂ ਹਨ। ਫਕੀਰ ਚੰਦ ਬਤਰਾ ਨੇ ਬੇਨਤੀ ਕੀਤੀ, ਮਹਾਰਾਜ ਜੀ ਮੈਂ ਤੇ ਫੇਰੇ ਲੈਣੇ ਨੂੰ ਤਿਆਰ ਹਾਂ, ਪਰ ਇਸ ਕਾਰਜ ਲਈ ਮੈਨੂੰ ਆਪਣੀ ਪਤਨੀ ਜਾਨਕੀ ਤੋਂ ਵੀ ਪੁੱਛਣਾ ਪਵੇਗਾ। ਜਦ ਉਸ ਜਾਨਕੀ ਤੋਂ ਪੁੱਛਿਆ ਤਾਂ ਜਾਨਕੀ ਨੇ ਆਖਿਆ, ਮੇਰੀਆਂ ਲਾਵਾਂ ਤਾਂ ਹੋ ਚੁੱਕੀਆਂ ਹਨ, ਇਸ ਲਈ ਮੈਂ ਦੁਬਾਰਾ ਲਾਵਾਂ ਨਹੀਂ ਲੈਣੀਆਂ। ਫਕੀਰ ਚੰਦ ਨੇ ਜਾਨਕੀ ਦੀ ਰਾਏ ਬਾਰੇ ਮਹਾਰਾਜ ਜੀ ਨੂੰ ਦੱਸ ਦਿੱਤਾ। ਇਹ ਸੁਣ ਕੇ ਵੀ ਸਾਹਿਬਾ ਜੀ ਨੇ ਬਚਨ ਕੀਤਾ ਕਿ ਅਸਾਂ ਤਾਂ ਤੇਰੀਆਂ ਲਾਵਾਂ ਜ਼ਰੂਰ ਕਰਾਣੀਆਂ ਹਨ। ਕੁਝ ਦਿਨਾਂ ਬਾਅਦ ਜਾਨਕੀ ਦੇ ਬੱਚੀ ਹੋਈ ਅਤੇ ਜਾਨਕੀ ਚਲਾਣਾ ਕਰ ਗਈ। ਥੋੜੇ ਦਿਨਾਂ ਬਾਅਦ ਬੱਚੀ ਵੀ ਚੱਲ ਬਸੀ। ਪਾਕਿਸਤਾਨ ਬਣਨ ਤੋਂ ਬਾਅਦ ਭਾਈ ਲਛਮਣ ਦਾਸ ਜ਼ੇਦੇਵਾਲਾ ਅਤੇ ਉਸ ਦੀ ਸਪੁਤਨੀ ਅਤੇ ਉਸ ਦੀ ਸੁਪਤਨੀ ਚੁਨੀਆਂ ਦੇਵੀ ਸਤਿਗੁਰ ਜੀ ਪਾਸ ਕੈਮਲਪੁਰ ਆਏ ਕਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਸਾਡੀ ਕਾਕੀ ਰਵੇਲ ਕੌਰ ਜਵਾਨ ਹੈ। ਪਾਕਿਸਤਾਨ ਬਣਨ ਕਰਕੇ ਖਤਰਾ ਬਣਿਆ ਹੋਇਆ ਹੈ। ਕੋਈ ਵੀ ਬੰਦਾ ਸਹਿਜ ਤੇ ਟਿਕਾ ਵਿੱਚ ਨਹੀਂ ਹੈ। ਤੁਸੀਂ ਸਾਡੀ ਕਾਕੀ ਰਵੇਲ ਕੌਰ ਦਾ ਵਿਆਹ ਫਕੀਰ ਚੰਦ ਬਤਰੇ ਨਾਲ ਕਰਵਾ ਦਿਓ, ਜੋ ਅਸੀਂ ਬੇਫਿਕਰ ਹੋ ਜਾਈਏ। ਸਤਿਗੁਰੂ ਸੇਵਾ ਰਾਮ ਜੀ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਫਕੀਰ ਚੰਦ ਦਾ ਵਿਆਹ ਰਵੇਲ ਕੌਰ ਨਾਲ ਗੁਰਮਤ ਰੀਤੀ ਅਨੁਸਾਰ ਕੀਤਾ ਅਤੇ ਆਪ ਹੀ ਲਾਵਾਂ ਪੜ੍ਹੀਆਂ ਤੇ ਕੀਰਤਨ ਵੀ ਕੀਤਾ। ਫਕੀਰ ਚੰਦ ਨੇ ਬੇਨਤੀ ਕੀਤੀ, ਮਹਾਰਾਜ ਜੀ ਮੇਰੇ ਮਨ ਵਿੱਚ ਇਹ ਗੱਲ ਕਰ ਗਈ ਸੀ ਕਿ ਮੈਂ ਗੁਰਸਿੱਖ ਹਾਂ, ਪਰ ਮੇਰਾ ਪਹਿਲਾ ਵਿਆਹ ਸਨਾਤਨ ਰੀਤੀ ਅਨੁਸਾਰ ਹੋਇਆ ਸੀ। ਮੇਰੀ ਹਾਰਦਿਕ ਇੱਛਾ ਸੀ ਕਿ ਮੇਰਾ ਵਿਆਹ ਗੁਰਮਤ ਰੀਤੀ ਅਨੁਸਾਰ ਹੁੰਦਾ, ਪਰ ਹੋਇਆ ਨਹੀਂ ਸੀ। ਹੁਣ ਮੇਰੀ ਇਹ ਇੱਛਾ ਵੀ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਤੁਹਾਡੇ ਰਾਹੀਂ ਪੂਰੀ ਕਰ ਦਿੱਤੀ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੀ। ਮੇਰੀ ਹਾਰਦਿਕ ਇੱਛਾ ਸੀ ਕਿ ਮੇਰਾ ਵਿਆਹ ਗੁਰਮਤ ਰੀਤੀ ਅਨੁਸਾਰ ਹੁੰਦਾ, ਪਰ ਹੋਇਆ ਨਹੀਂ ਸੀ। ਹੁਣ ਮੇਰੀ ਇਹ ਇੱਛਾ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਤੁਹਾਡੇ ਰਾਹੀਂ ਪੂਰੀ ਕਰ ਦਿੱਤੀ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੀ।
साखी पूरी हुई। एक ओंकार सतगुर प्रसाद, तन तन श्री सतगुरु बालक सिंह साहिब सचे पातशाह जी। तन तन श्री सतगुरु संगता साहिब सचे पातशाह जी। तन तन श्री सतगुरु नारायण दास साहिब सचे पातशाह जी। तन श्री सतगुरु साधु राम साहिब सचे पातशाह जी। साखी भाई लाल चंद दा संसा दूर करन दी। भाई लाल चंद चुग गुरु दी नगरी कैमलपुर विच रहिंदा सी। उसने श्री भगवान दा सतगुरु भगवान दास जी तो नाम दा दान प्राप्त किया होया सी। एक रोज़ गुरुद्वारे जांदा सी। यह रोज़ गुरुद्वारे जांदा सी अते सतगुरां दे संग गुरुद्वारियों उन्हां दे डेरे ते आके निता प्रति सेवा करदा सी। एक दिन मजियां लई गुताबा कर रहा सी तां साहिब जी भी कोल ही खलोते हुए सन। उन्होंने साहिबा नूं बेनती की कि रागियां ने अज इस शब्द का कीर्तन किया सी। करम तरम पाखंड जो दिसै, तिन जम जगाती लूटै। निर्वाण कीर्तन गाओ करते का, निमख सिमरत जित छूटै। संतों सागर पार उतरिए, जे को बचन कमावै संतन का। सो गुर प्रसादी तरिए रहाओ, कोट तीरथ मजन स्नाना। इस कल में मैल परिजै, साध संग जो हर गुण गावै। सो निर्मल कर लीजै। वेद कतेब सिमरत सब सासत, इन पढ़िया मुकत न होई। एक अखर जो गुर सिख जापै, एक अखर जो गुरमुख जापै। तिसकी निर्मल सोई, खत्री ब्राह्मण सूद वैस। उपदेश चौहवर ना को सांझा, गुरमुख नाम जपै उधरे सो। कल में कट कट नानक मांझा। साहिब जी असी जो करम धर्म कर रहे हाँ, कि ये साढ़े तो जम खस लैणगे। ये सुन के श्री सतगुरु भगवान दास जी ने फरमाया, लालचंद तो गुतावा करके हथ पैर धो के साढ़े कोल आ जावी, तैनू भली प्रकार समझा देंगे। सत बचन जी कह के लालचंद सेवा करन विच लग पिया। जद सेवा तो वेला होया तां हथ पैर धो के साहिबां पास आके चरना ते मत्था टेक के अरज की थी, सच्चे पातशाह जीओ मेरा संसा दूर करन दी कृपा करो। उस दी अरज सुन के श्री सतगुरु भगवान दास जी ने फरमाया, भाई लालचंद पंजवें सतगुरु अर्जन देव जी इस शब्द विच कथन करते हैं, जो साढ़े वड्डे श्री गुरु नानक देव जी ने फरमाया है कि जड़े लोग करम धर्म सच्चे दिलों नहीं करते, सिर्फ उन्हां दे करन दा पाखंड दिखावा करते हैं, उन्हां नूं टैक्स लाण वाले अर्थात जम रस्ते विच ही लुट लैंदे हैं। भाव ये है कि सच्चे करम धर्म करन वालियां नूं जो लाभ होंदा है, उन्हां नूं वो लाभ प्राप्त नहीं होंदा। सो वो जम फास तो बच नहीं सकते। इस वास्ते हे गुरसिखा उस अकाल पुरख दा निता प्रति
ਨਿਰਬਾਣ ਕੀਰਤਨ ਅਰਥਾਤ ਜਸ ਗਾਇਣ ਕੀਰਤੀ ਕਰੋ, ਜਿਸ ਦੇ ਨਿਮਕ ਮਾਤਰ ਅੱਖ ਚਮਕਣ ਜਿੰਨੇ ਸਮੇਂ ਵਿੱਚ ਜਿੰਨਾ ਸਿਮਰਨ ਕਰਕੇ ਉਹ ਜਮਾ ਤੋਂ ਛੁੱਟ ਜਾਂਦਾ ਹੈ। ਜੇ ਕੋਈ ਜੀਵ ਸੰਤ ਸਰੂਪ ਸਤਿਗੁਰਾਂ ਦੇ ਬਚਨ ਉਪਦੇਸ਼ ਮੰਨ ਕੇ ਉਹਨਾਂ ਉੱਤੇ ਅਮਲੀ ਰੂਪ ਵਿੱਚ ਚੱਲਦਾ ਹੈ ਤਾਂ ਸਤਿਗੁਰ ਜੀ ਉਸ ਉੱਪਰ ਕਿਰਪਾ ਕਰਕੇ ਉਸ ਨੂੰ ਭਵਸਾਗਰ ਸੰਸਾਰ ਤੋਂ ਪਾਰ ਕਰ ਦਿੰਦੇ ਹਨ। ਜੇ ਕੋਈ ਜੀਵ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਆਵੇ ਪਰ ਇਸ ਕਲਯੁਗ ਵਿੱਚ ਉੱਥੋਂ ਦੇ ਵਾਤਾਵਰਣ ਦੋਸ਼ਪੂਰਨ ਹਾਲਤ ਦੇ ਕਾਰਨ ਮਨ ਗਿਲਾਨੀ ਨਾਲ ਭਰ ਜਾਂਦਾ ਹੈ, ਜੋ ਮੈਲ ਉਤਾਰਨ ਗਿਆ ਸੀ ਉਹੀ ਮੈਲ ਲੈ ਕੇ ਉਹ ਵਾਪਸ ਮੁੜਦਾ ਹੈ। ਇਸ ਦੇ ਬਜਾਏ ਜਿਹੜਾ ਜੀਵ ਸਾਧੂ ਸਤਿਗੁਰਾਂ ਦੀ ਸੰਗਤ ਵਿੱਚ ਆ ਜਾਂਦਾ ਹੈ ਉਹ ਉਹਨਾਂ ਨੂੰ ਮਿਲ ਕੇ ਹਰ ਦੇ ਗੁਣ ਗਾਇਨ ਕਰਕੇ ਮਨ ਨੂੰ ਨਿਰਮਲ ਕਰ ਲੈਂਦਾ ਹੈ। ਵੇਦ ਕਤੇਬ ਸਿਮਰਤੀਆਂ ਸ਼ਾਸਤਰਾਂ ਦੇ ਪੜ੍ਹਨ ਨਾਲ ਜੀਵ ਦੀ ਮੁਕਤੀ ਨਹੀਂ ਹੁੰਦੀ, ਕਿਉਂਕਿ ਮੁਕਤੀ ਤਾਂ ਮਿਲਦੀ ਹੈ ਜੇ ਜੀਵ ਇਹਨਾਂ ਨੂੰ ਅੰਦਰ ਲਿਖੇ ਉਪਦੇਸ਼ਾਂ ਨੂੰ ਗੁਰੂ ਰਾਹੀਂ ਗ੍ਰਹਿਣ ਕਰਦਾ ਹੈ ਅਤੇ ਗੁਰੂ ਦੇ ਮੁਖ ਤੋਂ ਪ੍ਰਾਪਤ ਕੀਤੇ ਉਪਦੇਸ਼ 'ਤੇ ਅਮਲ ਕਰਕੇ ਉਹ ਮੁਕਤੀ ਦਾ ਭਾਗੀ ਮੰਨਿਆ ਜਾਂਦਾ ਹੈ। ਪ੍ਰਭੂ ਦਾ ਸਿਮਰਨ ਕਰਨ ਨਾਲ ਉਹ ਜੀਵ ਨਿਰਮਲ ਹੋ ਜਾਂਦਾ ਹੈ, ਅਰਥਾਤ ਉਸ ਦੀ ਨਿਰਮਲ ਸੋਭਾ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਖੱਤਰੀ ਬ੍ਰਾਹਮਣ ਵੈਸ ਅਤੇ ਸੂਦਰ ਚੌਹਾਂ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ ਅਤੇ ਉਹ ਉਪਦੇਸ਼ ਹੈ ਕਿ ਜੋ ਜੀਵ ਗੁਰਮੁਖ ਕਲਯੁਗ ਵਿੱਚ ਗੁਰੂ ਜੀ ਦੇ ਮੁਖਾਰ ਬਿੰਦੋ ਨਾਮ ਦੀ ਦਾਤ ਲੈ ਕੇ ਸਿਮਰਨ ਕਰਦੇ ਹਨ ਉਹਨਾਂ ਦਾ ਉਧਾਰ ਕਲਿਆਣ ਹੋ ਜਾਂਦਾ ਹੈ, ਕਿਉਂਕਿ ਉਹ ਆਪ ਹਰ ਹੀ ਸਭ ਵਿੱਚ ਵਿਆਪਕ ਹੈ। ਉਪਰੋਕਤ ਉਪਦੇਸ਼ ਸੁਣ ਕੇ ਭਾਈ ਲਾਲ ਚੰਦ ਨੇ ਸਾਹਿਬਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਬੇਨਤੀ ਕੀਤੀ, ਹੁਣ ਮੈਨੂੰ ਸਮਝ ਆ ਗਈ ਹੈ ਜੀ ਅਤੇ ਮੇਰਾ ਸੰਸਾ ਦੂਰ ਹੋ ਗਿਆ ਹੈ। ਉਸ ਵਕਤ ਕੁਝ ਹੋਰ ਸਿੱਖ ਵੀ ਉੱਥੇ ਬੈਠੇ ਹੋਏ ਸਨ, ਉਹਨਾਂ ਨੇ ਵੀ ਇਹ ਬਚਨ ਸੁਣੇ ਅਤੇ ਬੇਨਤੀ ਕੀਤੀ, ਸਾਹਿਬ ਜੀਓ ਆਸਾ ਦੀ ਵਾਰ ਦੇ ਇਸ ਸ਼ਲੋਕ ਦੀ ਵਿਆਖਿਆ ਕਰਕੇ ਸਾਡੇ 'ਤੇ ਕਿਰਪਾ ਕਰੋ। ਗਊ ਬ੍ਰਾਹਮਣ ਕੋ ਕਰ ਲਾਵੋ, गोबर तरण न जाई, तोती टिका तै जप माली, तान मले छा खाई, अंतर पूजा पड़े कतेबा, संजम तुरका पाई, छोड़ी ले पाखंडा, नाम लइए जाए तरंदा। श्री सतगुरु भगवान दास जी ने दसिया कि उपरोक्त श्लोक विच श्री गुरु नानक देव जी ने उन्हां हिंदुआं दे किरदार चाल चलन बारे समझाया है कि जो उस समय दी मुगल हकूमत दे कारिंदे सन वो गौवां अते ब्राह्मणां ते कर टैक्स लाउंदे सन, पर अपने घरां विच गौवां दा गोबर हिंदू रीति अनुसार चौके ते फेरदे सन, तोती बंदे सन, मथे ते टिक्का लांदे सन, माला फेरदे सन अते उस दौलत नूं खांदे सन जिहड़े मुगल हाकमां तो पांदे सन। अंदर घरां दे अंदर वो पूजा करते सन, शास्त्रां दे पाठ करते सन, पर बाहरी तौर ते उन्हां दे रहन सहन दा संजम तौर तरीका तुरकां वाला सी।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਮਝਾਉਂਦੇ ਹਨ ਕਿ ਇਹੋ ਜਿਹੇ ਲੋਕਾਂ ਨੂੰ ਪਾਖੰਡ ਛੱਡ ਦੇਣਾ ਚਾਹੀਦਾ ਹੈ ਅਤੇ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਕਿਉਂਕਿ ਨਾਮ ਸਿਮਰਨ ਹੀ ਇਸ ਭਵ ਸਾਗਰ ਤੋਂ ਤਰਨ ਦਾ ਆਧਾਰ ਹੈ। ਇਹਨਾਂ ਭਾਵਾਰਥਾਂ ਨੂੰ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਇਸ ਕਥਾ ਰਾਹੀਂ ਇਉਂ ਉਪਦੇਸ਼ ਕੀਤਾ ਹੈ। ਇੱਕ ਦਿਨ ਦਾ ਜ਼ਿਕਰ ਹੈ ਕਿ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਵਈ ਨਦੀ 'ਤੇ ਇਸ਼ਨਾਨ ਕਰਕੇ ਉੱਥੇ ਹੀ ਬੈਠੇ ਹੋਏ ਸਨ ਕਿ ਇੱਕ ਬ੍ਰਾਹਮਣ ਗਊ ਲੈ ਕੇ ਨਦੀ ਤੋਂ ਪਾਰ ਹੋਣ ਵਾਸਤੇ ਆਇਆ। ਇੱਕ ਬ੍ਰਾਹਮਣ ਗਊ ਲੈ ਕੇ ਨਦੀ ਤੋਂ ਪਾਰ ਹੋਣ ਵਾਸਤੇ ਆਇਆ। ਜਦੋਂ ਪੁੱਲ ਉੱਤੋਂ ਲੰਘਣ ਲੱਗਾ ਤਾਂ ਉੱਥੇ ਦੇ ਇੱਕ ਖੱਤਰੀ ਮਸੂਲੀਏ ਨੇ ਟੈਕਸ ਦੇ ਉਸ ਤੋਂ ਪੈਸੇ ਮੰਗੇ। ਤਾਂ ਉਸ ਬ੍ਰਾਹਮਣ ਨੇ ਕਿਹਾ, ਮੈਂ ਗਰੀਬ ਹਾਂ, ਮੇਰੇ ਪਾਸ ਪੈਸੇ ਨਹੀਂ ਹਨ, ਤੂੰ ਖੱਤਰੀ ਹੈ, ਤੇਰਾ ਧਰਮ ਹੈ, ਤੂੰ ਬ੍ਰਾਹਮਣ ਦੀ ਮਦਦ ਕਰੇ ਅਤੇ ਮੈਨੂੰ ਜਾਣ ਦੇ। ਖੱਤਰੀ ਮਸੂਲੀਆ ਨਾ ਮੰਨਿਆ। ਬ੍ਰਾਹਮਣ ਦੀਆਂ ਬੇਨਤੀਆਂ 'ਤੇ ਕੋਈ ਧਿਆਨ ਨਾ ਦਿੱਤਾ। ਦੁਪਹਿਰ ਹੋ ਗਈ। ਇਤਨੇ ਨੂੰ ਗਊ ਨੇ ਗੋਬਰ ਕੀਤਾ ਅਤੇ ਉਸ ਗੋਬਰ ਨੂੰ ਲੈ ਕੇ ਮਸੂਲੀਏ ਨੇ ਲੇਪਨ ਕਰ ਲਿਆ ਅਤੇ ਆਪਣੀ ਰੋਟੀ ਤਿਆਰ ਕਰਨ ਲਈ ਚੌਕਾ ਬਣਾ ਲਿਆ। ਇਸ ਕੌਤਕ ਨੂੰ ਵੇਖ ਕੇ ਅਤੇ ਸਾਰੇ ਹਿੰਦੂ ਸਰਕਾਰੀ ਨੌਕਰਾਂ ਦੇ ਚੱਲਣ ਨੂੰ ਦੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਰੋਕਤ ਸ਼ਲੋਕ ਉਚਾਰਿਆ। ਖੱਤਰੀ ਮਸੂਲੀਆ ਨਾ ਮੰਨਿਆ। ਬ੍ਰਾਹਮਣ ਦੀਆਂ ਬੇਨਤੀਆਂ 'ਤੇ ਕੋਈ ਧਿਆਨ ਨਾ ਦਿੱਤਾ। ਦੁਪਹਿਰ ਹੋ ਗਈ। ਇਤਨੇ ਨੂੰ ਗਊ ਨੇ ਗੋਬਰ ਕੀਤਾ ਅਤੇ ਉਸ ਗੋਬਰ ਨੂੰ ਲੈ ਕੇ ਮਸੂਲੀਏ ਨੇ ਲੇਪਨ ਕਰ ਲਿਆ ਅਤੇ ਆਪਣੀ ਰੋਟੀ ਤਿਆਰ ਕਰਨ ਲਈ ਚੌਕਾ ਬਣਾ ਲਿਆ। ਇਸ ਕੌਤਕ ਨੂੰ ਵੇਖ ਕੇ ਅਤੇ ਸਾਰੇ ਹਿੰਦੂ ਸਰਕਾਰੀ ਨੌਕਰਾਂ ਦੇ ਚੱਲਣ ਨੂੰ ਦੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਰੋਕਤ ਸ਼ਲੋਕ ਉਚਾਰਿਆ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਤੋਂ ਇਹ ਭਾਵਾਰਥ ਭਾਈ ਲਾਲ ਚੰਦ ਅਤੇ ਸੰਗਤ ਨੇ ਸੁਣੇ ਤਾਂ ਉਹਨਾਂ ਨੂੰ ਸੱਚੇ ਕਰਮ ਧਰਮ ਅਤੇ ਪਾਖੰਡ ਰੂਪ ਕਰਮ ਧਰਮ ਵਿਚਲੇ ਫਰਕ ਦੀ ਸਮਝ ਆ ਗਈ। ਸਾਹਿਬਾਂ ਤੋਂ ਆਗਿਆ ਲੈ ਕੇ ਸੰਗਤ ਆਪੋ ਆਪਣੇ ਘਰਾਂ ਨੂੰ ਤੁਰ ਗਈ। ਸਾਹਿਬਾਂ ਤੋਂ ਆਗਿਆ ਲੈ ਕੇ ਸੰਗਤ ਆਪੋ ਆਪਣੇ ਘਰਾਂ ਨੂੰ ਤੁਰ ਗਈ। ਸਾਖੀ ਪੂਰੀ ਹੋਈ। ਰਾਮ ਗਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਏ। ਸ਼ਬਦੋ ਜਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਤੂੰ ਸਦਾ ਰੋ ਹਰ ਨਾਲ ਰੋ ਤੂੰ ਮਨ ਮੇ ਦੁਖ ਸਭ ਵਿਚਾਰਨਾ। ਅੰਗੀਕਾਰੋ ਕਰੇ ਤੇਰਾ ਕਾਰੇ ਸਭ ਸਵਾਰ। ਸਭਨਾ ਗਲਾ ਸਮਰਤ ਸੁਆਮੀ ਟੋਕ ਮਨੋ ਵਿਚਾਰੇ। ਕਹੇ ਨਾਨਕ ਮਨ ਮੇ ਸਦਾ ਰੋ ਹਰ ਨਾਲ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ। ਕਰਤਾ ਤੇਰੇ ਸਭ ਕੁਛ ਹੈ ਜਿਸਦੇ ਸੋ ਪਾਵੈ। ਸਦਾ ਸਿਰ ਕਹਿਲਾਤੇ ਨਾਮ ਮਨ ਵਸਾਵੈ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਧ ਕਿਆ ਨਹੀਂ ਕਰਤੇ ਰੇ। ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਭਗਵਾਨ।
करसान सुखमन आय मतिया जिन इच्छा सदा कुर्बान कीता गुर वेटो जिस दियां ए वडियाइयां कहे नानक सोनो संतो सब दरो पिया साचा नाम मेरा आधारो वाजे पंच शब्द कार सभागे सब बटवाट कला जिस करतारिया पांडु तुद वाच कीते काल कंटक मार तुर करम पाया तुझन को ते नाम यार के लागे कहे नानक तैं चुकियो जिस कर अनदवाजे अनंत नो वड भागियो सगल मनोरथ पूरे पार ब्रह्म पाया उतरे सगल वसूरे दुख रोग संताप उतरे सोने सच्ची बाण संत साजन पै तरते पूरे गुरते जान सुनते पनी कहते पवे सतगुर रहा परपू बिन ने गुर चरण लाग वाजे अनया तुरे सलो पवन गुरु पाणी पिता माता तरत मात देवतरा दो दाई दाय खेल सगल जगात चंगिया या बुरे आईया वाच धर्म अधूर कर्मी आपो आपनी के नेड़े के दूर जिनी नाम ते आया गए मस्कट काल नानक ते मुख उजले केती छुटे ना जिनी नाम ते आया गए मस्कट काल नानक ते मुख उजले केती छुटे नाल तुझ आगे पिंड सब तेरा प्यार कहो नानक सब तेरी वडिया कोई नाम न जाने मेरा सतगुरु को नानक सब तेरी वडियाई कोई न जाने मेरा सतगुरु एक ओंकार सतगुर प्रसाद अरदास तुझ आगे अरदास हमारी जियो पिंड सब तेरा को नानक सब तेरी वडियाई कोई नाम न जाने मेरा आद निरंकार जी सिमर कै गुरु नानक ले ते आए फिरंगत ते गुरु अमरदास रामदास ते होए सहाय अर्जन हर गोविंदन सिमरो तिरी हर राय श्री हर कृष्ण ते आइए जे डिठे तब दुख जाए एक बात सिमरिया घर नो नित आवे ताए साप ठाई होना ताए दसवें पातशाह श्री गुरु गोबिंद सिंह जी महाराज साप ठाई होना ताए धन धन साहब श्री गुरु ग्रंथ साहब जी आप जी की महिमा कही न जाए धन धन सतगुरु बालक सिंह साहब जी जा धर्म का मार्ग दिया बताए धन धन सतगुरु संगता साहब जीओ सतगुरु राम सिंह साहब जी जा नाम दिया वर्ताए धन धन सतगुरु नरैन दास साहब जी जिन जम तो लिया छड़ाए धन धन सतगुरु साधु राम साहब जी जिन चरनी लिया लगाए धन धन सतगुरु भगवान दास साहब जी जो अंते होए सहाय धन धन सतगुरु छेवा राम साहब जी जो अंग संग होए सहाय अंतरजामी सतगुरु जो हाजरा हजूरो जारा जुहूरो सर्व कला का पूर्ण पातशाह जियो इस वक्त आप बख्शे के रहमत कार्यो अमृत तो लैके हुण तक अपने सोहने दरबार सजा के सरबत साध संगत नूं दर्शन दे के निहाल कार्यो आप जी दा कोटंग धन्यवाद है। आप जी दे भाणे अंदर चार पैर रात सुख और शांता प्रीत हुई है। आप जी दे भाणे अंदर चार पैर दिन आया है। आप जी नूं भावे सुख और शांति गुजारनी बख्शिश करनी रहमत करनी कृपा करनी तरस करनी दया करनी नानक नदरी नदर निहाल करनी अति कल युग जी वहाँ खिन खिन बोलने हारा रोम रोम गुनागारा ना भुल्ली ना भुलावी ना विसरी
ਨਾ ਵਿਸਾਰੀ ਉਹ ਕੰਮ ਕਰਵਾਣੇ ਜੋ ਆਪ ਜੀ ਨੂੰ ਭਾਵਣ, ਉਹ ਕੰਮ ਨਾ ਕਰਵਾਣੇ ਜੋ ਆਪ ਜੀ ਤੋਂ ਬੇਮੁਖ ਹੋਣ। ਅੰਤਰਜਾਮੀ ਸਤਿਗੁਰ ਜੀਓ ਆਪ ਜੀ ਨੇ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ। ਹੋ ਮੂਰਖ ਕਾਰੇ ਲਾਹੀਆ ਨਾਨਕ ਹਰ ਕੰਮੇ ਪਾਤਸ਼ਾਹ ਜੀਓ ਅੰਮ੍ਰਿਤ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਸੋਹਣੇ ਸੱਚਖੰਡ ਦਰਬਾਰ ਅੰਦਰ ਦੀਵਾਨ ਸਜੇ ਹਨ। ਸਜੇ ਦੀਵਾਨ ਅੰਦਰ ਅੱਜ ਸ਼ੁੱਕਰਵਾਰ ਦਿਨ ਨੂੰ ਮੁੱਖ ਰੱਖਦੇ ਹੋਏ 4 ਸ੍ਰੀ ਅਖੰਡ ਵਰਨਿਆ ਸਾਹਿਬ ਜੀ ਦਾ ਪ੍ਰਵਾਹ ਚੱਲ ਰਿਹਾ ਹੈ। 2 ਨਿਤਨੇਮ ਨਾਮ ਜਪਣ ਦੀ, 2 ਆਪ ਜੀ ਦੇ ਬਖਸ਼ੇ ਹੋਏ ਤਾਰਿਆ ਜਹਾਨ ਲਿਆ ਬਿਮਾਨ। ਜਿਨੇ ਦਰਸ਼ਨ ਪਾਇਆ ਜਿਨੇ ਤੁਨੂੰ ਧਨ ਕਿਹਾ ਤੇ ਨਮ ਨੇੜ ਨਾ ਆਇਆ। ਗੁਰਦੇਸ਼ਾਂ ਦੇ ਪਾਠਾਂ ਦਾ ਹੁਣ ਤਾਂ ਬਖਸ਼ਾਂ ਤੇ ਰਹਿਮਤਾਂ ਹੋ ਰਹੀਆਂ। ਬਾਕੀ ਸਮੇਂ ਵੀ ਕਿਰਪਾ ਕਰਨੀ, ਰੋਡ 'ਤੇ ਬੈਠਣ ਦੀ ਮਨ ਦੀ ਇਕਾਗਰਤਾ ਬਖਸ਼ਣੀ, ਆਪਣੇ ਕਾਰਜ ਆਪ ਸਵਾਰਨੇ, ਆਪਣੀ ਸੇਵਾ ਆਪ ਜਾਣੀ। ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹਨ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਜੀਓ ਆਪ ਜੀ ਦਾ ਜੀਵਨ ਚਰਿਤ ਗੁਰ ਇਤਿਹਾਸ ਹੋਇਆ। ਆਨੰਦ ਸਾਹਿਬ 6 ਪੌੜੀਆਂ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਹੋਇਆਂ ਨਾਮ ਜਪਦਿਆਂ ਹੋਇਆਂ ਬੱਚਿਆਂ ਸੇਵਕਾਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤੇ ਵਿਅਕਤੀਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੋਂ ਤੋਂ ਸਮਤ ਬਖਸ਼ਣੀ, ਸ਼ੁੱਧ ਬਾਣੀ ਪੜ੍ਹਨ ਦੀ ਬਲ ਉਦਮ ਉਤਸ਼ਾਹ ਤੇ ਪਿਆਰ ਬਖਸ਼ਣਾ। ਆਈ ਹੋਈ ਸਬਤ ਸਾਧ ਦੇ ਕਾਰਜ ਰਾਸ ਕਰਨੇ, ਕਦਮ ਲੇਖੇ ਲਾਵਣੇ। ਗਾਵਿਆ ਸੁਣਿਆ ਥਾਂ ਪਾਉਣਾ ਸਾਹਿਬ ਜੀਓ ਅਰਦਾਸ ਤੇ ਬੇਨਤੀ ਹੈ। ਆਪ ਜੀ ਦਾ ਮਹਾਨ ਫਰਮਾਨ ਹੈ, ਸਤਿਗੁਰੂ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਅਰ ਸ਼ੋਭਾ। ਚਿੰਤਾ ਲਾਇ ਅਮਾਰੀ ਰਾਹੋ ਅਵਰ ਨ ਸੂਝੈ ਦੂਜੀ ਠਾਇਰ। ਆਰ ਪਰੋ ਤੋ ਦੁਆਰੀ ਲੇਖਾ ਛੋੜ ਅਲੇਖਾ ਛੂਟੈ। ਹਮ ਨਿਰਗੁਣ ਲਿਓ ਉਬਾਰੀ ਸਤ ਬਖਸ਼ਿਨ ਸਦਾ ਮਿਹਰਬਾਨਾ। ਨਾਨਕ ਦਾਸ ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਜੀਓ, ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀਓ, ਧੰਨ ਧੰਨ ਸਾਹਿਬ ਸੰਤ ਮਾਤਾ ਜੀਓ ਆਪ ਜੀ ਦੀ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ। ਕੱਲ੍ਹ ਸਾਵਣ ਦਾ ਮਹੀਨਾ ਸੁਖ ਔਰ ਸ਼ਾਂਤਾ ਬਤੀਤ ਹੋਇਆ। ਪਾਤਸ਼ਾਹ ਜੀਓ ਅਰਦਾਸ ਤੇ ਬੇਨਤੀ ਹੈ, ਅੱਜ ਆਪ ਜੀ ਦੀ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ। ਭਾਦੋ ਦੀ ਸੰਗਰਾਂਦ ਮਹੀਨੇ ਦਾ ਦਾਤਾ ਜੀਓ ਆਰੰਭਤਾ ਹੋਈ ਹੈ। ਅਰਦਾਸ ਤੇ ਬੇਨਤੀ ਹੈ, ਸਬਤ ਸਾਧ ਸੰਗਤ ਤੇ ਸਦਾ ਵਾਸਤੇ ਬਖਸ਼ਿਸ਼ ਕਰਨੀ, ਰਹਿਮਤ ਕਰਨੀ। ਅਰਦਾਸ ਤੇ ਬੇਨਤੀ ਹੈ, ਪਾਤਸ਼ਾਹ ਜੀਓ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਤੋਹੀ ਦੇਵੈ। ਨਾਨਕ ਦਾਸ ਮੁਕਤੇ ਜੋ ਬੋਲੈ ਇਆਂ ਉਆਂ ਸੱਚ ਹੋਵੈ। ਸ਼ਬਦ ਨੂੰ ਮੁਖ ਹੋਏ ਜੋ ਜੋ ਮਾਈ ਭਾਈ ਆਪ ਜੀ ਦੇ ਸੋਹਣੇ ਸੱਚਖੰਡ ਦਰਬਾਰ ਅੰਦਰ ਅਰਦਾਸਾਂ ਤੇ ਬੇਨਤੀਆਂ ਕਰ ਰਹੇ ਹਨ। ਸਰਬੱਤ ਸਾਧ ਸੰਗਤ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ। ਸਰਬੱਤ ਸਾਧ ਸੰਗਤ ਨੂੰ ਨਾਮ ਦਾਨ ਇਸ਼ਨਾਨ ਚਾਹ ਪਦਾਰਥ ਬਣ ਕੇ ਆਦੀਆਂ ਵਿਆਦੀਆਂ ਉਪਾਜ ਬਚਾ ਕੇ ਚਰਨਾਂ ਦਾ ਪਿਆਰ ਬਖਸ਼ਣਾ। ਸਾਧ ਸੰਗਤ ਦੀ ਸੇਵਾ ਬਖਸ਼ਣੀ, ਮਨ ਨੀਵਾਂ ਮਤ ਉੱਚੀ ਬਖਸ਼ਣੀ। ਮਿਹਰ ਭਰਿਆ ਹੱਥ ਤਕਣਾ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਜੀਓ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਦਰਦ ਦੁਖ ਲੱਥਾ। ਸ਼ਬਦ ਨੂੰ ਮੁਖ ਦੇ ਆਪ ਦੇ ਸੋਹਣੇ ਸਰੂਪ ਪੋਤੀ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਉਪਰੰਤ ਆਪ ਜੀ ਦਾ ਜੀਵਨ ਗੁਰ ਇਤਿਹਾਸ ਹੋਇਆ। ਇਸ ਵਕਤ ਆਪ ਤੋਂ ਆਗਿਆ ਲੈ ਕੇ ਆਪ ਦੇ ਪੋਤੀ ਸਰੂਪ ਪੋਤੀ ਸਾਹਿਬ ਦਾ ਪਾਤਸ਼ਾਹ ਜੀਓ ਸੇਵਾ ਹੋਏਗੀ, ਸਵਾਰਾ ਸਾਹਿਬ ਹੋਏਗਾ। ਆਗਿਆ ਤੇ ਪ੍ਰਵਾਨਗੀ ਬਖਸ਼ਣੀ, ਬਖਸ਼ਿਸ਼ ਕਰਨੀ, ਰਹਿਮਤ ਕਰਨੀ। ਆਪ ਆਪਣੇ ਨਿਸਤਾਨ ਤੇ ਜਾਣ ਦੀ ਕਿਰਪਾਲਤਾ ਕਰਨੀ। ਪਰਿਵਾਰ ਨੂੰ ਅਤੇ ਸਰਬੱਤ ਸਾਧ ਸੰਗਤ ਨੂੰ ਸਦਾ ਵਾਸਤੇ ਹਰ ਪ੍ਰਕਾਰ ਦੀਆਂ ਖੁਸ਼ੀਆਂ ਦੀ ਦਾਤ ਬਖਸ਼ਣੀ। ਉਪਰੰਤ ਕੀਰਤਨ ਦਰਬਾਰ ਸਜਣਗੇ। ਆਗਿਆ ਤੇ ਪ੍ਰਵਾਨਗੀ ਬਖਸ਼ਣੀ। ਰਾਗੀ ਸਿੰਘਾਂ ਦੇ ਕੰਠ ਰਸੀਲੇ ਕਰਨੇ। ਆਪਣੀ ਸੇਵਾ ਆਪ ਜਾਣੀ, ਆਪਣੇ ਕਾਰਜ ਆਪ ਸਵਾਰਨੇ। ਆਪ ਜੀ ਦੇ ਭਰਗ ਜਨ ਚੋਂ ਕੜਾਪਾ ਦੇਗਾ ਹਾਜ਼ਰ ਹੈ। ਆਪ ਜੀ ਰਤਨੀ ਲਾਇਕ ਹੋਵੇ। ਆਪ ਜੀ ਦਾ ਜੀਤ ਪ੍ਰਚਾਰ ਸਬਤ ਸਾਧ ਸੰਗਤ ਤੇ ਵਰਤੇ। ਸਹੀ ਸੱਜਣ ਮੇਲਨੇ ਜਿਨ੍ਹਾਂ ਮਿਲਿਆ ਆਪ ਜੀ ਦਾ ਸੋਹਣਾ ਪਵਿੱਤਰ ਨਾਮ ਚੇਤਾਵੇ। ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ।
साधिक कूड़ करो स्नान, साधु पर जाए कुर्बान। सरब सुख तारिया जहान ले आया बेमान, जिने दर्शन पाया, जिने तुझनु तन किया, तिन जमडेल न आया। तारिया जहान लिया अभिमान, जिने दर्शन पाया, जिने तुझनु तन किया, तिन जमडेल न आया। तारिया जहान लिया अभिमान, जिने दर्शन पाया, जिने तुझनु तन किया, तिन जमनेड़ नाया। तारिया जहान लिया अभिमान, जिने दर्शन पाया, जिने तुझनु तन किया, तिन जमनेड़ नाया। जिने तुझनु तन किया, तिन जमनेड़ नाया। ओ टोंडे दी सहजड़ा सज्जन मेंढे नाल, नानक अलख ना लखिया, गुरमुख दे देखाल। ना मैला ना टुंडला, ना भगवा ना काच, नानक लालो लाल है, सच्चे रता साच। तन तो वेला कड़ी तन, तन मूरत पल तार, तन तो दिन संजोगड़ा, जित डेठा गुर दरतार। तन ते दिन संजोगड़ा, जिन डेठा गुर दरतार। दास बैरागन मोय बात कीनी, पंजो का मिट नावो, सत्तर दोए पर अमृत तर, बिक को मार कढ़ावो। दास बैरागन मोह बात कीनी, पंजो का मिट नावो, सत्तर दोए पर अमृत तर, बिक को मार कढ़ावो। पाठ बोहरना आवन पावो, अमृत बाणी काटते उचरो, आत्म को समझावो राहो। बजर कुठार मोह है छीना, कर मिनत लग पावो। संतन के हम उलटे सेवक, भगतन ते डर पावो। यो संसार ते तब छूटो, जो माया न लपटावो। माया नाम गर्भ जोन का, कहता जो दर्शन पावो। इत कर भगत करे जो जन, तिन पो सगल चुकाई चुकाया। क्या के नाम दो बार क्या परमो, ए संयम हर पाया।
इत कर भगत करे जो जन तिनको सगल चुकाया। कैत नाम दो बार क्या परमो ए संयम हर पाया।